परम सत्कारयोग गुरमत की क्लास अंदर जुड़ चुकी गुरु रूप साध संगत जी वडभागे हाँ। रोजाना ही गुरमत की क्लास विच जुड़ के सत संगत रूप विच गुरबाणी संथਿਆ प्राप्त कर रहे हाँ। गुरु साहब ने बड़ी रहमत की है। आप बख्शिश करके अपने सेवकों के कोलों ये पावन गुरमत की सिक्ख्या जिहड़ी है वो आप करवा रहे हैं। सो जिथे असीं अज जूम ऐप ते गुरमत की सिक्ख्या प्राप्त करने वास्ते जुड़े हाँ, उत्थे मैं आप जी नूं बेनती करा कि यही गुरमत की क्लास जिहड़ी है वो फेसबुक ते भी असीं नाल लाइव कर रहे हाँ। जो गुरुद्वारा गुरु गोबिंद सिंह जी छाणी मैं ग्रुपां दे विच इसनूं शेयर कर दिता है। आप सब संगत ने इन्हां ग्रुपां दे विच भी इस लिंक नूं ओपन करके ते आप जुड़ सकते जे। ये सारी संगत नूं बेनती है निमरता सहित, क्योंकि ये उपराला जिहड़ा है ये आप सब संगतां वास्ते कीता गया है। कईयां दे कोलों जूम ऐप ओपन नहीं हुंदा जां ओपन नहीं कर सकते, उन्हां संगतां नूं भी बेनती है कि ये जो लिंक भेजिया है लॉग इन करने वास्ते हुण क्लास जुड़न तो बाद मैं हुणे भेजिया है जी। तो संगत नूं बेनती है कि आप इस लिंक नूं अगे शेयर करके भी संगतां दे नाल पहुँचा सकते जे। अपने WhatsApp तो नाल आप जुड़ो ते नाल होरनां नूं भी जुड़ाओ। इहदे नाल सीधा ही तुसीं जिहड़ा है उस फेसबुक ते इस लिंक नूं ओपन करदे फेसबुक ते चले जाओगे ते नाल ही लाइव जिहड़ी वो क्लास शुरू हो जाएगी। सो ये जरूरी बेनती सी। हुण असीं जो अज दा साडा गुरमत क्लास का टीचा है कि असीं सुखमनी साहिब दी जो विचार कर रहे हाँ, अर्थां सहित नाल संथਿਆ ਉਹਦੀ ਰਮਤਾ ਕਰੀਏ। ਰਮਤਾ ਕਰਨ ਤੋਂ ਪਹਿਲਾਂ ਸਾਰੀ ਸੰਗਤ ਬੜੇ ਹੀ ਅਦਬ ਤੇ ਸਤਿਕਾਰ ਨਾਲ ਗੁਰਫਤਿਹ ਦੇ ਨਾਲ ਸਾਂਝ ਬਣਾਓ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਅਸੀਂ ਵਿਚਾਰਿਆ ਸੀ 22ਵੀਂ ਅਸ਼ਟਪਦੀ ਦੇ ਸ਼ਲੋਕ ਦੇ 4 ਪਦਿਆਂ ਨੂੰ, ਜਿਸ ਵਿੱਚ ਰਮਤਾ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਸਨ ਕਿ ਜੀ ਜੰਤ ਕੀ ਠਾਕੁਰਾ ਆਪੇ ਵਰਤਨਹਾਰ, ਨਾਨਕ ਇੱਕ ਉਪਸਰਿਆ ਦੂਜਾ ਕਹਿ ਦ੍ਰਿਸ਼ਟਾਰ। ਇਸ ਭਾਵ ਨੂੰ ਲੈ ਕੇ ਅਸੀਂ 4 ਪਦੇ ਵਿਚਾਰੇ ਸਨ ਕਿ ਗੁਰੂ ਅਰਜਨ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਇਸ ਸੰਸਾਰ ਦੇ ਉੱਤੇ ਸਾਰੇ ਜੀਵਾਂ ਦਾ ਜਿਹੜੇ ਉਹਨੇ ਜੰਤ ਪੈਦਾ ਕੀਤੇ ਹੋਏ ਨੇ, ਭਾਵ ਜਿੰਨੇ ਵੀ ਉਹਨੇ ਆਪਣੇ ਹੁਕਮ ਦੇ ਅਨੁਸਾਰ ਰਚਨਾ ਕੀਤੀ ਹੈ, ਉਹਨਾਂ ਸਾਰਿਆਂ ਦਾ ਰਚਨਹਾਰ ਉਹ ਪਰਮਾਤਮਾ ਆਪ ਹੈ ਤੇ ਉਹਨਾਂ ਨੂੰ ਬਖਸ਼ਿਸ਼ ਵੀ ਉਹ ਆਪ ਹੀ ਕਰਦਾ ਹੈ। ਆਪ ਹੀ ਉਹਨਾਂ ਦੇ ਵਿੱਚ ਵਰਤ ਰਿਹਾ ਹੈ, ਆਪ ਹੀ ਉਹਨਾਂ ਨੂੰ ਖੁਦ ਆਪ ਹੀ ਭੋਗਾਂ ਦੇ ਵਿੱਚ ਲਾਇਆ ਹੋਇਆ ਹੈ। ਤੇ ਹੇ ਭਾਈ, ਇਸ ਸੰਸਾਰ ਦੇ ਉੱਤੇ ਦੂਜਾ ਕੋਈ ਨਹੀਂ, ਕੇਵਲ ਉਹੀ ਇੱਕੋ ਹੀ ਪਸਰਿਆ ਹੋਇਆ। ਨਾਨਕ ਇੱਕੋ ਪਸਰਿਆ, ਹੋਰ ਕੋਈ ਨਹੀਂ, ਕੇਵਲ ਉਹੀ ਪਰਮਾਤਮਾ ਹੀ ਸਾਰੀ ਸ੍ਰਿਸ਼ਟੀ ਦੇ ਵਿੱਚ ਪਸਰਿਆ ਹੋਇਆ ਹੈ। ਇਹ ਵਿਚਾਰ ਕੀਤੀ ਸੀ। ਹੁਣ ਆਪਾਂ ਅਗਲੇ 4 ਪਦਿਆਂ ਦੀ ਵਿਚਾਰ ਕਰਨੀ ਹੈ ਤੇ ਇਹ ਮਨ ਦੇ ਵਿੱਚ ਧਾਰਨ ਕਰਕੇ, ਕਿਉਂਕਿ ਗੁਰੂ ਅਰਜਨ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਹੇ ਭਾਈ, ਇਸ ਸੰਸਾਰ ਦੇ ਉੱਤੇ ਹੋਰ ਕੋਈ ਦੂਜਾ ਨਹੀਂ ਤੇ ਉਸ ਦੂਜੇ ਤੋਂ ਭਾਵ ਜਿਹੜਾ ਹੈ ਹੀ ਇੱਕ ਹੈ, ਉਸ ਇੱਕ ਨੂੰ ਹੀ ਸਿਮਰਨ ਦਾ ਯਤਨ ਕਰੋ। 4 ਪਦਿਆਂ ਦੀ ਵਿਚਾਰ ਕੀਤੀ ਸੀ ਤੇ ਅੱਜ ਸਤਿਗੁਰੂ ਜੀ 5ਵੇਂ ਪਦੇ ਦੇ ਅੰਦਰ ਉਪਦੇਸ਼ ਕਰਦੇ ਹਨ ਕਿ ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਵੋ ਪ੍ਰਭ ਪਰਮਾਨੰਦ। हे ਭਾਈ, ਸਭ ਤੋਂ ਪਹਿਲਾਂ ਤੇ ਸਾਧ ਸੰਗਤ ਵਿੱਚ ਮਿਲਣਾ ਕਰੋ, ਸਾਧ ਸੰਗਤ ਵਿੱਚ ਜੁੜਨਾ ਕਰੋ। ਇਹ ਪਹਿਲੀ ਸ਼ਰਤ ਹੈ 5ਵੇਂ ਬੰਦ ਦੇ ਅੰਦਰ ਕਿ ਸਾਧ ਸੰਗ ਮਿਲ, ਇੱਥੇ ਵਿਸ਼ਰਾਮ ਦੇਣਾ ਜੀ। ਸਭ ਤੋਂ ਪਹਿਲਾਂ ਤੇ ਭਲੇ ਪੁਰਸ਼ਾਂ ਦੀ ਸੰਗਤ ਵਿੱਚ ਜੁੜੋ, ਸਤ ਸੰਗਤ ਵਿੱਚ ਜੁੜੋ। ਮਿਲ ਸਾਧ ਸੰਗ ਮਿਲ
ਕਰੋ ਆਨੰਦ। ਤੇ ਫਿਰ ਕੀ ਕਰਨਾ ਹੈ? ਜਿਹੜਾ ਪ੍ਰਮਾਤਮਾ ਵੱਲੋਂ ਬਖਸ਼ਿਸ਼ ਕੀਤਾ ਹੋਇਆ ਨਾਮ, ਉਹਨੂੰ ਸਿਮਰ ਕੇ ਤੇ ਆਤਮਿਕ ਆਨੰਦ ਮਾਨਣਾ ਹੈ। ਆਨੰਦ ਦਾ ਜੇ ਇੱਥੇ ਸ਼ਾਬਦਿਕ ਅਰਥ ਕਰੀਏ ਤੇ ਖੁਸ਼ੀਆਂ ਵੀ ਆਇਆ ਹੈ ਕਿ ਫਿਰ ਉਹਦੀਆਂ ਖੁਸ਼ੀਆਂ ਮਾਣੋ ਜੋ ਪ੍ਰਮਾਤਮਾ ਨੇ ਦਿੱਤੀਆਂ ਨੇ। ਫਿਰ ਤਾਂ ਸੰਸਾਰ ਦੇ ਉੱਤੇ ਜੋ ਕੁਝ ਵੀ ਉਹਨੇ ਦਿੱਤਾ ਹੈ ਨਾ, ਉਹਦੇ ਵੱਲ ਤੱਕ ਕੇ ਫਿਰ ਆਨੰਦ ਹੀ ਮਾਣਾਂਗੇ ਕਿ ਭਾਈ ਇਹ ਸਭ ਕੁਝ ਮੇਰੇ ਲਈ ਹੈ। ਇਹ ਨਹੀਂ ਮੇਣਾ ਮਾਰਾਂਗੇ ਕਿ ਭਾਈ ਸਤਿਗੁਰੂ ਨੇ ਸਾਨੂੰ ਦਿੱਤਾ ਕਿ ਫਿਰ ਤੇ ਉਹਦੇ ਦਿੱਤੇ ਹੋਏ ਵਿੱਚ ਆਨੰਦ ਹੀ ਮਾਣਾਂਗੇ, ਕਿਉਂਕਿ ਪ੍ਰਮਾਤਮਾ ਸਭ ਰਚਣਹਾਰ ਵੀ ਆਪ ਤੇ ਆਪ ਹੀ ਵਰਤ ਰਿਹਾ ਹੈ। ਤੇ ਨਾਲ ਹੀ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਇਹ ਭਾਈ ਜਿਹਨੇ ਆਨੰਦ ਦਿੱਤਾ ਨਾ, ਜਿਹਦੇ ਨਾਮ ਦੇ ਨਾਲ ਆਨੰਦ ਮਾਨਣਾ ਹੈ, ਹੁਣ ਉਸ ਪਰਮਾਤਮਾ ਦੇ ਗੁਣ ਸਤ ਸੰਗਤ ਵਿੱਚ ਬੈਠ ਕੇ ਜਦੋਂ ਜਪਣੇ ਨੇ, ਜਿਹਨੇ ਆਨੰਦ ਦਿੱਤਾ ਹੈ ਉਹਦੀ ਸਿਫਤ ਸਲਾਹ ਕਰਨੀ ਹੈ। ਫਿਰ ਧਿਆਨ ਦਿਆ ਜੀ, ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਵੋ ਪ੍ਰਭ ਪਰਮਾਨੰਦ। ਪਰਮਾਨੰਦ ਇੱਕ ਹੁੰਦਾ ਆਨੰਦ ਤੇ ਇੱਕ ਪਰਮਾਨੰਦ, ਸਭ ਤੋਂ ਉੱਤਮ, ਜਿਹੜਾ ਸਭ ਤੋਂ ਉੱਚੀ ਖੁਸ਼ੀ ਹੈ। ਕਹਿ ਦਿੰਦੇ ਨਾ ਕਿ ਇਹ ਸਭ ਤੋਂ ਪਰੇ ਹੈ। ਹੁਣ ਕੋਈ ਇਹ ਆਨੰਦ ਤੋਂ ਵੀ ਅੱਗੇ ਗੱਲ ਹੈ। ਗੁਰੂ ਸਾਹਿਬ ਕਹਿੰਦੇ ਨੇ ਕਿ ਇਸ ਸੰਸਾਰ ਦੇ ਉੱਤੇ ਜਿਹੜਾ ਸਭ ਤੋਂ ਪਰਮ ਖੁਸ਼ੀਆਂ ਦਿੰਦਾ, ਜਿਹਦੀ ਖੁਸ਼ੀ ਕੋਈ ਖੋ ਨਹੀਂ ਸਕਦਾ, ਪ੍ਰਮਾਤਮਾ ਖੁਸ਼ੀ ਦੇ ਦੇਵੇ ਤੇ ਕੋਈ ਖੋ ਸਕਦਾ? ਹੋ ਹੀ ਨਹੀਂ ਸਕਦਾ। ਉਹ ਪ੍ਰਮਾਤਮਾ ਦੀ ਦਿੱਤੀ ਹੋਈ ਖੁਸ਼ੀ ਜਿਹੜੀ ਆ ਉਹਨੂੰ ਕੋਈ ਨਹੀਂ ਖੋ ਸਕਦਾ। ਇਸ ਕਰਕੇ ਸਭ ਤੋਂ ਵੱਡੀ ਜਿਹੜੀ ਖੁਸ਼ੀ ਹੈ, ਭਾਵ ਆਨੰਦ ਹੈ, ਉਸ ਆਨੰਦ ਦੇਣ ਵਾਲੇ ਪ੍ਰਭੂ ਦੀ ਸਿਫਤ ਸਲਾਹ ਕਰੋ। ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇਹ ਕਾ ਕਰੋ ਉਧਾਰ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਹੇ ਭਾਈ, ਪ੍ਰਮਾਤਮਾ ਦਾ ਜਿਹੜਾ ਭੇਤ ਹੈ ਨਾ, ਰਾਮ ਨਾਮ ਤਤ ਕਰੋ ਵਿਚਾਰ, ਅਸਲ ਵਿੱਚ ਜੋ ਤਤ ਸਰੂਪ ਹੈ, ਭਾਵ ਪ੍ਰਮਾਤਮਾ ਜਿਹੜਾ ਸਭ ਥਾਈਂ ਰਮਿਆ ਹੋਇਆ ਹੈ, ਕੋਈ ਉਹਨੂੰ ਰਾਮ ਕਹਿ ਕੇ ਯਾਦ ਕਰਦਾ ਹੈ, ਕੋਈ ਰਹੀਮ ਕਹਿ ਕੇ, ਕੋਈ ਕਰੀਮ ਕਹਿ ਕੇ, ਵੱਖ-ਵੱਖ ਜਿਹੜੇ ਨੇ ਉਸ ਪਰਮਾਤਮਾ ਦੇ ਇਸ ਸ੍ਰਿਸ਼ਟੀ ਦੇ ਵਿੱਚ ਨਾਮ ਜਿਹੜੇ ਨੇ ਉਹ ਰੱਖੇ ਗਏ ਨੇ, ਮਨੁੱਖਤਾ ਨੇ ਬਣਾਏ ਨੇ। ਤੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਹੇ ਭਾਈ, ਉਸ ਪਰਮਾਤਮਾ ਦੇ ਜਿਹੜਾ ਤਤ ਸਰੂਪ ਹੈ, ਉਸ ਪਰਮਾਤਮਾ ਦੇ ਨਾਮ ਨੂੰ ਵਿਚਾਰੋ, ਭਾਵ ਜਿਹੜਾ ਉਹਦਾ ਭੇਤ ਬਣਾਇਆ ਹੋਇਆ ਸ੍ਰਿਸ਼ਟੀ ਦੇ ਅੰਦਰ, ਉਹਦੀ ਵਿਚਾਰ ਕਰੋ। ਰਾਮ ਨਾਮ ਤਤ ਕਰੋ ਵਿਚਾਰ, ਉਸ ਪਰਮ ਤਤ ਦੀ ਸਭ ਤੋਂ ਸ੍ਰੇਸ਼ਟ ਦੀ ਜਿਹੜੀ ਹੈ ਉਹਦੀ ਵਿਚਾਰ ਕਰੋ। ਤੇ ਦੁਰਲਭ ਦੇਹ ਕਾ ਕਰੋ ਉਧਾਰ, ਜਿਹੜੀ ਇਹ ਸਭ ਤੋਂ ਦੁਰਲਭ ਦੇਹ ਹੈ ਨਾ, ਮੁਸ਼ਕਲ ਮਿਲੀ ਹੋਈ, ਬੜੀ ਔਖੀ ਮਿਲਦੀ ਹੈ ਨਾ। ਮਨੁੱਖ ਕਈ ਜਨਮਾਂ ਜਮਾਂਤਰਾਂ ਤੋਂ ਭਟਕਦਾ ਭਟਕਾਉਂਦਿਆਂ ਸੰਸਾਰ ਦੇ ਉੱਤੇ ਆਉਂਦਾ। ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਭਾਈ, ਜਿਸ ਤਰ੍ਹਾਂ ਤੂੰ ਆਪਣੇ ਮੁਸ਼ਕਲ ਨਾਲ ਮਿਲਣ ਵਾਲੇ ਮਨੁੱਖੀ ਸਰੀਰ ਦਾ ਪਾਰ ਉਤਾਰਾ, ਮਨੁੱਖੀ ਸਰੀਰ ਦਾ ਜਿਹੜਾ ਮਿਲਿਆ ਏ, ਇਹਦਾ ਪਾਰ ਉਤਾਰਾ ਕਰਨ ਵਾਸਤੇ ਹੀ ਭਾਈ ਉਸ ਪ੍ਰਮਾਤਮਾ ਨੂੰ ਸਿਮਰੋ। ਉੱਪਰਲੀ ਪੰਕਤੀ ਨਾਲ ਜੋੜ ਕੇ ਇਹਦੇ ਅਰਥ ਕਰਨੇ ਨੇ ਕਿ ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇਹ ਕਾ ਕਰੋ ਉਧਾਰ। ਜੇ ਇਹਦਾ ਉਧਾਰ ਕਰਨਾ ਹੈ, ਪਾਰ ਉਤਾਰਾ ਕਰਨਾ ਹੈ, ਜਿਹੜੀ ਇਹ ਦੁਰਲਭ ਦੇਹ ਮਿਲੀ ਹੈ ਨਾ, ਤੇ ਫਿਰ ਉਹਦੇ ਨਾਮ ਦਾ ਤਤ ਵਿਚਾਰ ਕਰੋ। ਪਰਮ ਹਸਤੀ ਦਾ ਜਿਹੜੇ ਸਭ ਤੋਂ ਸ੍ਰੇਸ਼ਟ ਹੈ, ਉਸ ਵਾਹਿਗੁਰੂ ਦਾ ਜਿਹੜਾ ਵਾ ਵੀ ਉਹਦੀ ਵਿਚਾਰ ਕਰੋ, ਕਿਉਂਕਿ ਇਹ ਬੜੀ ਮੁਸ਼ਕਲ ਦੇਹ ਮਿਲਦੀ ਹੈ। ਫਿਰ ਹੀ ਵਿਚਾਰ ਕਰਨ ਦੇ ਨਾਲ ਹੀ ਤੇਰੇ ਮਨ ਦੇ ਅੰਦਰ ਉਸ ਪ੍ਰਮਾਤਮਾ ਦੇ ਗੁਣ ਆਉਣਗੇ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਅੰਮ੍ਰਿਤ ਬਚਨ ਹਰਿ ਕੇ ਗੁਣ ਗਾਓ। हे ਭਾਈ, ਜਦੋਂ ਇਹ ਉਧਾਰ ਕਰਨ ਵਾਸਤੇ ਤਤ ਵਿਚਾਰ ਕਰੇਗਾ, ਤੇ ਫਿਰ ਸਤਿਗੁਰੂ ਜੀ ਕਹਿੰਦੇ हे ਭਾਈ, ਇਹਦਾ ਉਧਾਰ ਕਰਨ ਵਾਸਤੇ ਅਕਾਲ ਪੁਰਖ ਦੇ ਸਦਾ ਗੁਣ ਗਾ, ਕਿਉਂਕਿ ਉਹਦਾ ਜਿਹੜਾ ਨਾਮ ਹੈ ਨਾ, ਅੰਮ੍ਰਿਤ ਬਚਨ, ਜਿਹੜਾ ਉਹਦੇ ਬਚਨ ਨੇ ਅੰਮ੍ਰਿਤ ਰੂਪੀ ਸਭ ਤੋਂ ਸ੍ਰੇਸ਼ਟ। ਅੰਮ੍ਰਿਤ ਬਚਨ ਹਰਿ ਕੀ ਗੁਣ ਗਾਓ,
ਜੋ ਅਮਰ ਕਰ ਦੇਣ ਵਾਲੇ ਨੇ ਇਸ ਸਰੀਰ ਨੂੰ, ਜਿਹੜਾ ਮਨੁੱਖੀ ਜਾਮਾ ਮਿਲਿਆ ਨਾ, ਇਸ ਸਰੀਰ ਨੂੰ ਅਮਰ ਕਰ ਦੇਣ ਵਾਲੇ ਬਚਨ ਨੇ ਜਿਹੜੇ, ਉਸ ਅਮਰ ਕਰ ਦੇਣ ਵਾਲੇ ਬਚਨਾਂ ਦਾ ਗੁਣ ਗਾਇਨ ਕਰੋ। ਪ੍ਰਾਣ ਤਰਨ ਕਾ ਇਹ ਸੁਆਓ। ਕਿਉਂਕਿ ਅਸਲ ਵਿੱਚ ਸਾਡੀ ਜਿਹੜੀ ਆਤਮਾ ਹੈ ਨਾ, ਪ੍ਰਮਾਤਮਾ ਨੇ ਸਾਡੇ ਸਰੀਰ ਵਿੱਚ ਪਾਈ, ਇਹ ਕੇਵਲ ਆਤਮਾ ਦਾ ਪਾਰ ਉਤਾਰਾ ਕਰਨ ਵਾਸਤੇ ਇਹੋ ਹੀ ਇੱਕ ਤਰੀਕਾ ਹੈ, ਹੋਰ ਕੋਈ ਤਰੀਕਾ ਨਹੀਂ। ਇਹ ਸੁਆਓ ਭਾਵ ਇਹੀ ਇੱਕ ਰਸਤਾ ਹੈ ਜੀਵਨ ਨੂੰ ਸਫਲਾ ਬਣਾਉਣ ਦਾ, ਆਤਮਾ ਨੂੰ ਪ੍ਰਮਾਤਮਾ ਵਿੱਚ ਲੀਨ ਕਰਨ ਦਾ। ਹੋਰ ਕੋਈ ਰਾਹ ਨਹੀਂ। ਕੋਈ ਆਖੇ ਕਿ ਮੈਂ ਤੈਨੂੰ ਧਾਗਾ ਬਣਾ ਕੇ ਤੇਰੇ ਗਲ ਵਿੱਚ ਪਾ ਦੇਵਾਂ, ਤੇਰੇ ਗਲ ਵਿੱਚ ਤਵੀਤੜੀਆਂ ਪਾ ਦੇਵਾਂ, ਤੇਰੇ ਉੱਤੇ ਕੋਈ ਜਾਦੂ ਟੂਣਾ ਅਸਰ ਨਹੀਂ ਕਰੇਗਾ, ਤੇਰੇ ਮੈਂ ਮੌਲੀ ਬੰਨ੍ਹ ਦੇਣਾ ਤੇ ਤੈਨੂੰ ਇਸ ਮੌਲੀ ਦੀ ਪਰਉਪਕਾਰ ਸਦਕਾ ਰੱਬ ਮਿਲ ਜਾਏਗਾ। ਨਹੀਂ ਭਾਈ, ਮੈਂ ਮੰਤਰ ਪੜ੍ਹ ਦੇਵਾਂ, ਮੈਂ ਜੰਤਰ ਤੰਤਰ ਇਹ ਸਭ ਕੁਝ ਕਰ ਦੇਵਾਂ। ਗੁਰੂ ਸਾਹਿਬ ਕਹਿੰਦੇ ਇਹ ਸਭ ਕੁਝ ਫਿੱਕੇ ਨੇ, ਇਹ ਕੇਵਲ ਇੱਕ ਢਕਵੰਜ ਹੈ, ਇਸ ਸੰਸਾਰ ਦੇ ਉੱਤੇ ਮਿਲਣਾ ਕੁਝ ਨਹੀਂ। ਜੇ ਹਾਸਲ ਕਰਨਾ ਹੈ ਤੇ ਅਸਲ ਵਿੱਚ ਜਿਹੜਾ ਅਸਲ ਲਾਭ ਹੈ ਨਾ, ਜਿਹੜਾ ਅਸਲ ਵਿੱਚ ਕਰਮ ਹੈ, ਜਿਹੜਾ ਤਰੀਕਾ ਹੈ, ਉਹ ਹੈ ਪ੍ਰਮਾਤਮਾ ਦੇ ਅੰਮ੍ਰਿਤ ਰੂਪੀ ਬਚਨਾਂ ਨੂੰ ਗਾਉਣਾ। ਇਹੀ ਅਸਲ ਵਿੱਚ ਪ੍ਰਾਣ ਤਰਨ ਕਾ ਇਹ ਸੁਭਾਉ, ਆਪਣੀ ਆਤਮਾ ਦਾ ਪਾਰ ਉਤਾਰਾ ਕਰਨ ਦਾ ਕੇਵਲ ਇਹੀ ਤਰੀਕਾ ਹੈ। ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਨੇ, ਆਠ ਪਹਿਰ ਹਰ ਕੀ ਗੁਣ ਗਾਓ। ਵਾਹਿਗੁਰੂ ਆਠ ਪਹਿਰ ਪ੍ਰਭ ਪੇਖੋ ਨੇਰਾ। ਸਤਿਗੁਰੂ ਜੀ ਨਾਲ ਹੀ ਅੱਗੇ ਬਖਸ਼ਿਸ਼ ਕਰਦੇ ਨੇ, ਅੱਠੇ ਪਹਿਰ, 4 ਪਹਿਰ ਦਿਨ ਦੇ ਹੁੰਦੇ ਨੇ, 4 ਰਾਤਰੀ ਦੇ। ਅਸੀਂ ਜਦੋਂ ਅੰਮ੍ਰਿਤ ਵੇਲਾ ਸਾਂਭਦੇ ਆ ਨਾ, ਚੌਥਾ ਪਹਿਰ ਸੁਬਾਹ ਦਾ, ਜਿਹੜਾ ਸੁਬਾਹ ਦਾ ਚੌਥਾ ਪਹਿਰ ਹੈ, ਉਦੋਂ ਅਸੀਂ ਅੰਮ੍ਰਿਤ ਵੇਲਾ ਸਾਂਭਦੇ ਹਾਂ। 4 ਪਹਿਰ ਜਿਹੜੇ ਜਦੋਂ ਸਮਾਂ ਸੂਰਜ ਡੁੱਬਦਾ ਹੈ ਨਾ, ਉਸ ਹਿਸਾਬ ਦੇ ਨਾਲ 4-4 ਪਹਿਰ ਬਣਾਏ ਗਏ ਨੇ। ਜੇ ਮੰਨ ਲਓ 6 ਵਜੇ ਤੋਂ ਲੈ ਕੇ ਤੇ ਸ਼ਾਮ ਦੇ ਸੁਬਾਹ 6 ਵਜੇ ਤੋਂ ਸ਼ਾਮ 6 ਵਜੇ ਤੱਕ 4 ਪਹਿਰ ਬਣਾਈਏ ਤੇ 3-3 ਘੰਟਿਆਂ ਦਾ ਇੱਕ ਪਹਿਰ ਬਣ ਜਾਂਦਾ। ਤੇ ਇਸੇ ਤਰ੍ਹਾਂ ਹੀ 3-3 ਘੰਟਿਆਂ ਦਾ ਜਿਹੜਾ ਵਾ ਰਾਤ ਦੇ 6 ਵਜੇ ਤੋਂ ਲੈ ਕੇ ਸੁਬਾਹ 6 ਵਜੇ ਤੱਕ 4 ਪਹਿਰ ਬਣ ਜਾਂਦੇ ਨੇ। ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਇਹ ਭਾਈ, ਇਹ ਅੱਠੇ ਪਹਿਰ ਜਿਹੜੇ ਆ ਨਾ, ਸਦਾ ਉਹਨੂੰ ਆਪਣੇ ਅੰਗ ਸੰਗ ਵੇਖੋ। 8 ਪਹਿਰ ਪ੍ਰਭ ਪੇਖੋ ਨੇਰਾ। ਨੇਰਾ ਦਾ ਭਾਵ ਅਰਥ ਹੈ ਨੇੜੇ। ਪੇਖੋ ਵੇਖੋ ਭਾਈ, ਉਸ ਪ੍ਰਮਾਤਮਾ ਨੂੰ ਅੱਠੇ ਪਹਿਰ ਆਪਣੇ ਨੇੜੇ ਵੇਖੋ। ਇਹ ਨਾ ਆਖੋ ਕਿ ਮੈਂ ਮੰਦੇ ਬਚਨ ਬੋਲ ਰਿਹਾ, ਮੈਨੂੰ ਕੋਈ ਵੇਖ ਨਹੀਂ ਰਿਹਾ, ਮੈਂ ਕੁਕਰਮ ਕਮਾ ਰਿਹਾ, ਮੈਨੂੰ ਕੋਈ ਵੇਖ ਨਹੀਂ ਰਿਹਾ। ਸਤਿਗੁਰੂ ਜੀ ਕਹਿੰਦੇ ਨੇ ਇਸ ਸੰਸਾਰ ਦੇ ਉੱਤੇ ਉਹ ਅੱਠੇ ਪਹਿਰ ਤੇਰੇ ਨਾਲ ਹੈ। ਜਦੋਂ ਇਹ ਅੱਠੇ ਪਹਿਰ ਪ੍ਰਮਾਤਮਾ ਨੂੰ ਆਪਣੇ ਹਾਜ਼ਰ ਨਾਜ਼ਰ ਦੇਖੇਗਾ ਨਾ, ਮਿਟੈ ਅਗਿਆਨ ਬਿਨਸੈ ਅੰਧੇਰਾ। ਕਹਿੰਦੇ ਫਿਰ ਅੰਦਰੋਂ ਜਿਹੜੀ ਬੇਸਮਝੀ ਹੈ ਨਾ, ਅਗਿਆਨਤਾ ਦਾ ਹਨੇਰਾ ਜਿਹੜਾ ਹੈ ਭਾਈ, ਉਹ ਮਿਟ ਜਾਏਗਾ। ਫਿਰ ਇਹ ਸਮਝ ਆ ਜਾਏਗੀ ਕਿ ਹਰ ਥਾਂ ਉਹ ਮੈਨੂੰ ਵੇਖਦਾ ਹੈ, ਉਹ ਪ੍ਰਮਾਤਮਾ ਮੇਰੇ ਵੱਲ ਧਿਆਨ ਰੱਖਦਾ ਹੈ। ਹਰ ਸਮੇਂ ਉਹ ਅੰਗ ਸੰਗ ਜਿਹੜਾ ਵਾ ਮੇਰੇ ਵੱਲ ਵੇਖ ਕੇ, ਸਦਾ ਅੰਗ ਸੰਗੇ ਅਭੰਗੰ ਵਿਭੂਤੇ ਅਸੀਂ ਪੜ੍ਹਦੇ ਹਾਂ ਨਾ, ਸਦਾ ਹੀ ਅੰਗ ਸੰਗ ਹੈ। ਜਦੋਂ ਅਸੀਂ ਇਹ ਤੱਕ ਲੈਂਦੇ ਹਾਂ ਤੇ ਫਿਰ ਅੰਦਰੋਂ ਅਗਿਆਨਤਾ ਦਾ ਹਨੇਰਾ ਖਤਮ ਹੋ ਜਾਂਦਾ। ਅਸਲ ਵਿੱਚ ਅਗਿਆਨਤਾ ਉਹ ਨਹੀਂ ਕਿ ਅਸੀਂ ਜੋ ਕਰਮ ਕਮਾ ਰਹੇ ਹਾਂ ਤੇ ਅਸੀਂ ਆਖੀਏ ਇਹ ਅਗਿਆਨਤਾ ਹੈ। ਭਾਈ ਅਗਿਆਨਤਾ ਉਦੋਂ ਹੈ ਜਦੋਂ ਜਿਹੜਾ ਕਰਮ ਅਸੀਂ ਕਮਾ ਰਹੇ ਹਾਂ ਤੇ ਜਦੋਂ ਉਹਦਾ ਪਤਾ ਚੱਲ ਜਾਏ ਕਿ ਭਾਈ ਇਹ ਕਰਮ ਜਿਹੜਾ ਗਲਤ ਹੈ। ਜਿੱਦਾਂ ਕੋਈ ਕਾਮ ਵਾਸ਼ਨਾ ਭੋਗਦਾ ਹੈ ਤੇ ਕਈ ਵਾਰ ਉਹ ਕਾਮਨਾ ਅਧੀਨ ਆਣ ਕੇ ਤੇ ਕਾਮ ਵਾਸ਼ਨਾ ਭੋਗਦਾ ਹੈ ਮਨੁੱਖ। ਪਰ ਜੇ ਪਤਾ ਹੋਵੇ ਕਿ ਭਾਈ ਇਸ ਸੰਸਾਰ ਦੇ ਵਿੱਚ ਰੀਤੀ ਗਲਤ ਹੈ, ਭਾਈ ਇਸ ਸੰਸਾਰ ਦੇ ਅੰਦਰ ਗਲਤ ਤਰੀਕਾ ਹੈ, ਤੇ ਫਿਰ ਵੀ ਉਹ ਕਾਮ ਵਾਸ਼ਨਾ ਭੋਗੇ, ਤੇ ਫਿਰ ਸਤਿਗੁਰੂ ਜੀ ਕਹਿੰਦੇ ਨੇ ਕਿ ਭਾਈ ਉਹ ਹਨੇਰੇ ਵਿੱਚ ਹੈ, ਅਗਿਆਨਤਾ ਅੰਦਰ ਹੈ। ਜਿਸ ਤਰ੍ਹਾਂ ਧਰਮ ਗ੍ਰੰਥ ਪੜ੍ਹੇ, ਬਾਣੀ ਦਾ ਹਰ ਇੱਕ ਸ਼ਬਦ ਉਹਨੂੰ ਯਾਦ ਹੋਵੇ, ਉਹਦੇ ਅਰਥ ਵੀ ਜਾਣਦਾ ਹੋਵੇ, ਤੇ ਫਿਰ ਵੀ ਉਹ ਕ੍ਰੋਧ ਵਿੱਚ, ਅਹੰਕਾਰ ਵਿੱਚ, ਮਾਇਆ ਦੀ ਮਮਤਾ ਵਸ ਆ ਕੇ ਸੰਸਾਰ ਵਿੱਚ ਵਿਚਰੇ ਨਾ, ਤੇ ਫਿਰ ਸਤਿਗੁਰੂ ਜੀ ਕਹਿੰਦੇ ਨੇ ਕਿ ਉਹ ਹਨੇਰੇ ਵਿੱਚ ਹੈ। ਕਿਉਂਕਿ ਉਹਨੂੰ ਗਿਆਨ ਤਾਂ ਹੈ, ਪਰ ਇਸ ਗੱਲ ਤੋਂ ਸਮਝ ਤੋਂ ਪਰੇ ਹੋ ਕੇ ਸੰਸਾਰ ਵਿੱਚ ਵਿਚਰ ਰਿਹਾ ਹੈ। ਸਤਿਗੁਰੂ ਜੀ ਕਹਿੰਦੇ ਹੈ ਭਾਈ, ਜਦੋਂ ਤੂੰ
ਇਹ ਗਿਆਨ ਹਾਸਲ ਕਰ ਰਿਹਾ ਨਾ ਕਿ ਪ੍ਰਮਾਤਮਾ ਮੇਰੇ ਨਾਲ ਅੱਠੇ ਪੈਰ ਹੈ, ਤੇ ਫਿਰ ਤੇਰੇ ਅੰਦਰੋਂ ਜਿਹੜਾ ਇਹ ਅਗਿਆਨਤਾ ਦਾ ਹਨੇਰਾ ਨਾ ਕਿ ਮੈਨੂੰ ਵੇਖ ਕੁਝ ਨਹੀਂ ਰਿਹਾ, ਉਹ ਮਿਟ ਜਾਏਗਾ। ਫਿਰ ਹਰ ਸਮੇਂ ਤੂੰ ਉਹਨੂੰ ਆਪਣੇ ਕੋਲ, ਆਪਣੇ ਨਾਲ ਜਿਹੜਾ ਵਾ ਉਹ ਵੇਖੇਗਾ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਇਹ ਭਾਈ ਮਿਟੈ ਅਗਿਆਨ ਬਿਨਸੈ ਅੰਧੇਰਾ। ਫਿਰ ਉਹ ਹਨੇਰਾ ਜਿਹੜਾ ਅਗਿਆਨਤਾ ਦਾ ਉਹ ਬਿਨਸ ਜਾਏਗਾ, ਖਤਮ ਹੋ ਜਾਵੇਗਾ। ਤੇ ਫਿਰ ਤੂੰ ਕੀ ਕਰੇਗਾ? ਸੁਨ ਉਪਦੇਸ਼ ਹਿਰਦੈ ਬਸਾਵੋ। ਫਿਰ ਕਹਿੰਦੇ ਤੂੰ ਗੁਰਾਂ ਦੀ ਸਿੱਖ ਮੱਤ ਜਿਹੜੀ ਆ ਉਹ ਸਰਵਣ ਕਰਕੇ ਤੇ ਇਹਨੂੰ ਆਪਣੇ ਅੰਦਰ ਟਿਕਾ ਲਵੇਂਗਾ। ਸੁਨ ਉਪਦੇਸ਼ ਕਿਹਦਾ ਜੀ? ਗੁਰੂ ਦਾ, ਸਤਿਗੁਰੂ ਦਾ ਉਪਦੇਸ਼ ਸੁਣ ਕੇ ਫਿਰ ਹਿਰਦੈ ਬਸਾਵੋ, ਫਿਰ ਹਿਰਦੇ ਵਿੱਚ ਵਸਾ ਲਵੇਂਗਾ। ਤੇ ਸਤਿਗੁਰੂ ਜੀ ਕਹਿੰਦੇ ਨੇ ਫਿਰ ਮਨ ਇਛੇ ਨਾਨਕ ਫਲ ਪਾਵੋ। ਭਾਈ ਫਿਰ ਉਹ ਮਨੁੱਖ ਜਿਹੜਾ ਵਾ ਇਸ ਸੰਸਾਰ ਦੇ ਉੱਤੇ ਮੂੰਹ ਮੰਗੀਆਂ ਮੁਰਾਦਾਂ ਜਿਹੜੀਆਂ ਉਹ ਪਾਉਂਦਾ ਹੈ, ਮਨ ਇਛੇ ਫਲ ਪਾਉਂਦਾ ਹੈ। ਜੋ ਉਹਨੂੰ ਪ੍ਰਮਾਤਮਾ ਦੇ ਅੱਗੇ ਅਰਦਾਸ ਕਰੇ, ਫਿਰ ਉਹ ਆਪਣੇ ਸੇਵਕ ਦੀ ਉਹ ਅਰਦਾਸ ਪੂਰੀ ਕਰ ਦਿੰਦਾ ਹੈ। ਇਹ ਸੋ ਪੰਜਵੇਂ ਪਦੇ ਅੰਦਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ ਭਾਈ ਉਸ ਪ੍ਰਮਾਤਮਾ ਨੂੰ ਸਭ ਤੋਂ ਸ੍ਰੇਸ਼ਟਵਾਨ ਜਿਹੜਾ ਸਾਰਿਆਂ ਜੀਵਾਂ ਜਨਤਾ ਦਾ ਪਾਲਣਹਾਰ ਹੈ, ਇਸ ਲਈ ਕਿਉਂਕਿ ਉਹ ਇਸ ਧਰਤੀ ਦੇ ਉੱਤੇ ਸਾਰਿਆਂ ਦੀ ਪਾਲਣਾ ਕਰ ਰਿਹਾ ਹੈ, ਤੇ ਹੈ ਉਹ ਇੱਕੋ ਹੀ, ਦੂਜਾ ਕੋਈ ਨਹੀਂ। ਜੇ ਕੋਈ ਆਖੇ ਕਿ ਮੈਂ ਉਹਦਾ ਸ਼ਰੀਕ ਬਣ ਜਾਵਾਂ, ਉਹਦਾ ਸ਼ਰੀਕ ਕੋਈ ਨਹੀਂ ਧਰਤੀ ਉੱਤੇ। ਹੁਣ ਅੱਗੇ ਸਤਿਗੁਰੂ ਜੀ 6ਵੇਂ ਪਦੇ ਅੰਦਰ ਜ਼ਿਕਰ ਕਰਦੇ ਹਨ, ਹਲਤ ਪਲਤ ਦੁਇ ਲੇਹੋ ਸਵਾਰ। ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਮਨੁੱਖ ਇਹ ਸਮਝ ਲੈਂਦਾ ਹੈ ਕਿ ਜੀ ਜੰਤ ਕੇ ਠਾਕੁਰਾ ਆਪੇ ਵਰਤਨਹਾਰ, ਨਾਨਕ ਏਕੋ ਪਸਰਿਆ ਦੂਜਾ ਕਹਿ ਦਸ਼ਟਾਰ। ਜਿਹੜਾ ਇਹ ਸਮਝ ਲੈਂਦਾ ਹੈ, ਸਤਿਗੁਰੂ ਜੀ ਕਹਿੰਦੇ ਨੇ ਫਿਰ ਇਸ ਧਰਤੀ ਦੇ ਉੱਤੇ ਉਹਦਾ ਨਾਮ ਜਪਦਾ ਹੋਇਆ ਉਹ ਆਪਣਾ ਲੋਕ ਤੇ ਪ੍ਰਲੋਕ ਭਾਵ ਦੋਨੋਂ ਹੀ ਸਵਾਰ ਲੈਂਦਾ ਹੈ। ਇਸ ਧਰਤੀ ਦੇ ਉੱਤੇ ਵੀ ਉਹ ਆਪਣਾ ਸਵਾਰ ਲੈਂਦਾ ਹੈ, ਤੇ ਅੱਗਾ ਜਿੱਥੇ ਧਰਤੀ ਤੋਂ ਬਾਅਦ ਜਦੋਂ ਇਹਨੇ ਆਪਣਾ ਸਰੀਰ ਤਿਆਗਣਾ ਹੈ, ਪ੍ਰਲੋਕ ਵਿੱਚ ਗਮਨ ਕਰਨਾ ਹੈ, ਜਦੋਂ ਪ੍ਰਮਾਤਮਾ ਦੀ ਦਰਗਾਹ ਵਿੱਚ ਪੇਸ਼ ਹੋਣਾ ਹੈ, ਤੇ ਸਤਿਗੁਰੂ ਜੀ ਕਹਿੰਦੇ ਨੇ ਫਿਰ ਉੱਥੇ ਵੀ ਇਹਦਾ ਅੱਗਾ ਵੀ ਸਵਾਰਿਆ ਜਾਂਦਾ ਹੈ। ਕਿਸ ਤਰ੍ਹਾਂ ਸਵਾਰਿਆ ਜਾਂਦਾ ਹੈ? ਰਾਮ ਨਾਮ ਅੰਤਰ ਉਰ ਧਾਰ। ਕਹਿੰਦੇ ਉਹ ਫਿਰ ਆਪਣੇ ਹਿਰਦੇ ਅੰਦਰ ਸਦਾ ਹੀ ਰਾਮ ਦਾ ਭਾਵ ਪ੍ਰਮਾਤਮਾ ਦਾ ਨਾਮ ਜਿਹੜਾ ਹੈ ਉਹਨੂੰ ਟਿਕਾ ਕੇ ਰੱਖਦਾ ਹੈ। ਰਾਮ ਨਾਮ ਅੰਤਰ ਉਰ ਧਾਰ। ਉਰ ਕਹਿੰਦੇ ਨੇ ਹਿਰਦਾ, ਹਿਰਦੇ ਦੇ ਅੰਦਰ, ਅੰਤਰ ਦਾ ਭਾਵ ਹੈ ਅੰਦਰ, ਆਪਣੇ ਹਿਰਦੇ ਦੇ ਅੰਦਰ ਧਾਰਨ ਕਰ ਲੈਂਦਾ ਹੈ, ਟਿਕਾ ਲੈਂਦਾ ਹੈ। ਬੂਰੇ ਗੁਰ ਕੀ ਪੂਰੀ ਦੀਖਿਆ। ਸਤਿਗੁਰੂ ਜੀ ਕਹਿੰਦੇ ਨੇ ਹੇ ਭਾਈ, ਪੂਰੇ ਸਤਿਗੁਰੂ ਦੀ ਸਿੱਖਿਆ ਵੀ ਪੂਰਨ ਭਾਵ ਮੁਕੰਮਲ ਹੁੰਦੀ ਹੈ। ਇਹ ਨਹੀਂ ਕਿ ਅਧੂਰਾ ਸਤਿਗੁਰੂ ਤੁਹਾਨੂੰ ਇਹ ਗੱਲ ਆਖੇ ਭਾਈ ਆਓ ਮੈਂ ਤੁਹਾਨੂੰ ਪ੍ਰਮਾਤਮਾ ਨਾਲ ਮਿਲਾਉਣਾ, ਤੇ ਆਪ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਂ ਇੱਕ ਸਾਧੂ ਜਿਹਨੇ ਆਪਣੇ ਪਿੱਛੇ ਲੋਟਾ, ਜਦੋਂ ਗੁਰੂ ਸਾਹਿਬ ਜੀ ਪ੍ਰਚਾਰਕ ਫੇਰੀਆਂ ਤੇ ਜਾਂਦੇ ਨੇ ਤੇ ਉਸ ਧਰਤੀ ਦੇ ਉੱਤੇ ਸਤਿਗੁਰੂ ਜੀ ਕਹਿੰਦੇ ਨੇ ਹੇ ਭਾਈ, ਇਸ ਸੰਸਾਰ ਦੇ ਉੱਤੇ ਉਹ ਫਿਰ ਆਪਣਾ ਲੋਟਾ ਤੇ ਲੱਭ ਨਹੀਂ ਸਕਦੇ ਤੇ ਹੋਰਨਾਂ ਨੂੰ ਸਿੱਖਿਆ ਦਿੰਦੇ ਹਨ। ਸਤਿਗੁਰੂ ਜੀ ਕਹਿੰਦੇ ਨੇ ਹੇ ਭਾਈ, ਇਸ ਸੰਸਾਰ ਦੇ ਉੱਤੇ ਉਹ ਭਾਈ ਸਦਾ ਹੀ ਜਿਹੜਾ ਵਾ ਇਸ ਸੰਸਾਰ ਦੇ ਉੱਤੇ ਅਗਿਆਨਤਾ ਦੇ ਹਨੇਰੇ ਵਿੱਚ ਡੁੱਬੇ ਰਹਿੰਦੇ ਹਨ। ਤੇ ਸਤਿਗੁਰੂ ਜੀ ਕਹਿੰਦੇ ਹਨ ਭਾਈ ਉਹ ਫਿਰ ਨਾ ਤੇ ਆਪ ਸਿੱਖਿਆ ਪੂਰਨ ਦਿੰਦੇ ਹਨ ਤੇ ਨਾ ਹੀ ਦੂਸਰਿਆਂ ਨੂੰ ਦਿੰਦੇ ਹਨ। ਪਰ ਇੱਕ ਗੱਲ ਹੈ ਕਿ ਜਿਹੜਾ ਪੂਰਾ ਗੁਰੂ ਹੈ ਨਾ, ਜਿਹਨੇ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ। ਇਹ ਭਾਈ ਜਿਹਨੇ ਸਤਿਪੁਰਖ ਨੂੰ ਜਾਣ ਲਿਆ ਉਹ ਗੁਰੂ, ਉਹ ਪੂਰਨ ਗੁਰੂ ਜਦੋਂ ਫਿਰ ਸਿੱਖਿਆ ਦਿੰਦਾ ਹੈ ਨਾ, ਉਹਦੀ ਸਿੱਖਿਆ ਵੀ ਪੂਰਨ ਹੈ। ਪੂਰੇ ਗੁਰ ਕੀ ਪੂਰੀ ਦੀਖਿਆ। ਇਹ ਭਾਈ ਪੂਰੇ ਗੁਰੂ ਦੀ ਸਿੱਖਿਆ ਵੀ ਪੂਰੀ ਹੈ। ਜਿਸ ਮਨ ਬਸੈ ਤਿਸ ਸਾਚ ਪ੍ਰੀਖਿਆ। ਇਹ ਭਾਈ ਜਿਸ ਦੇ ਅੰਦਰ, ਦਿਲ ਦੇ ਅੰਦਰ ਭਾਵ ਹਿਰਦੇ ਘਰ ਵਿੱਚ ਉਹ ਪ੍ਰਮਾਤਮਾ ਵਸ ਜਾਂਦਾ ਹੈ। ਜਿਸ ਮਨ ਬਸੈ, ਇਹ ਭਾਈ ਜਿਹਦੇ ਅੰਦਰ ਉਹ ਵਸ ਜਾਂਦਾ ਹੈ ਉਹ ਫਿਰ ਤਿਸ ਸਾਚ ਪ੍ਰੀਖਿਆ, ਉਹ ਫਿਰ ਸੱਚ ਦੀ ਜਾਂਚ ਪੜਤਾਲ ਕਰ ਲੈਂਦਾ ਹੈ। ਭਾਵ ਉਸ ਪਰਖ ਕਰਨ ਦੇ ਯੋਗ ਬਣ ਜਾਂਦਾ ਹੈ ਵੀ ਭਾਈ ਪ੍ਰਮਾਤਮਾ ਦਾ ਨਾਮ ਸਿਮਰਨਾ ਕਿੱਦਾਂ ਹੈ,
ਕਿਤੇ ਮੈਂ ਪਖੰਡਤ ਨਹੀਂ ਕਰ ਰਿਹਾ, ਕਿਤੇ ਇਹ ਨਹੀਂ ਕਿ ਮੈਂ ਵਿਖਾਵੇ ਵਾਸਤੇ ਹੀ ਪ੍ਰਮਾਤਮਾ ਦੀ ਬਾਣੀ ਪੜ੍ਹ ਰਿਹਾ ਹਾਂ, ਕਿਤੇ ਪਹਿਰਾਵਾ ਜਿਹੜਾ ਉਹ ਪਖੰਡ ਵਾਸਤੇ ਧਾਰਨ ਤਾਂ ਨਹੀਂ ਕਰ ਲਿਆ। ਸਤਿਗੁਰੂ ਜੀ ਇਹ ਬਖਸ਼ਿਸ਼ ਕਰਦੇ ਨੇ ਕਿ ਭਾਈ ਜਿਹੜਾ ਪ੍ਰਮਾਤਮਾ, ਜਿਹੜਾ ਸਤਿਗੁਰੂ ਹੈ ਪੂਰੀ ਸਿੱਖਿਆ ਦਿੰਦਾ ਹੈ, ਉਹਦੀ ਸਿੱਖਿਆ ਫਿਰ ਉਹਦੇ ਸੱਚੇ ਮਨ ਵਿੱਚ, ਮਨ ਦੇ ਅੰਦਰ ਵੱਸ ਜਾਂਦੀ ਹੈ, ਤੇ ਫਿਰ ਉਹਦੀ ਜਿਹੜੀ ਪ੍ਰੀਖਿਆ ਹੈ ਨਾ, ਜਿਹੜੀ ਜਾਂਚ ਪੜਤਾਲ ਹੈ, ਉਹ ਵੀ ਸੱਚੀ ਹੀ ਕਰ ਲੈਂਦਾ ਹੈ। ਮਨ ਤਨ ਨਾਮ ਜਪੋ ਲਿਵ ਲਾਏ। ਇਹ ਭਾਈ ਆਪਣੇ ਮਨ ਕਰਕੇ ਤੇ ਤਨ ਕਰਕੇ, ਇਹ ਨਹੀਂ ਤਨ ਕਰਕੇ ਗੁਰੂ ਘਰ ਆ ਜਾਈਏ ਤੇ ਮਨ ਕਰਕੇ ਸਾਡਾ ਜਿਹੜਾ ਕਾਰਜ ਹੈ ਉਹ ਉਸ ਕਾਜੀ ਦੀ ਤਰ੍ਹਾਂ ਹੋ ਜਾਵੇ। ਜਦੋਂ ਗੁਰੂ ਨਾਨਕ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਸੁਲਤਾਨਪੁਰ ਲੋਧੀ ਵੇਈ ਨਦੀ ਤੋਂ ਬਾਹਰ ਨਿਕਲਦੇ ਨੇ, ਤੇ ਭਾਈ ਇਸ ਸੰਸਾਰ ਦੇ ਉੱਤੇ, ਇਸ ਧਰਤੀ ਦੇ ਉੱਤੇ ਉਹ ਪਖੰਡ ਕਰਨ ਵਾਲੇ ਕਾਜੀ ਜਿਹੜੇ ਨੇ ਉਹ ਨਵਾਜ਼ ਅਦਾ ਕਰਦੇ ਨੇ। ਗੁਰੂ ਨਾਨਕ ਪਾਤਸ਼ਾਹ ਜੀ ਆਣ ਕੇ ਕਹਿੰਦੇ ਨੇ ਕਿ ਇਹ ਭਾਈ ਇਹਨਾਂ ਬੜਾ ਪਖੰਡ ਧਾਰਨ ਕੀਤਾ। ਤੇ ਗੁਰੂ ਸਾਹਿਬ ਨੇ ਨਾਅਰਾ ਦਿੱਤਾ, ਨਾ ਕੋ ਹਿੰਦੂ ਨਾ ਮੁਸਲਮਾਨ। ਫਸਾਦ ਪੈ ਗਿਆ। ਤੇ ਫਿਰ ਉਹ ਕਾਜੀ ਤੇ ਸੁਲਤਾਨਪੁਰ ਲੋਧੀ ਦਾ ਜਿਹੜਾ ਦੌਲਤ ਖਾਂ ਮੋਦੀ, ਜਿਹੜਾ ਦੌਲਤ ਖਾਂ ਸੀ, ਉਹਨੇ ਆਣ ਕੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪ੍ਰਸ਼ਨ ਕੀਤੇ, ਨਵਾਜ਼ ਅਦਾ ਕਰਨਗੇ। ਸਾਖੀ ਅਸੀਂ ਸਰਵਣ ਕੀਤੀ ਹੈ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਤੁਹਾਡਾ ਮਨ ਜਿਹੜਾ ਉਹ ਬਾਹਰ ਗਿਆ, ਤਨ ਕਰਕੇ ਤੁਸੀਂ ਮਸੀਤ ਦੇ ਵਿੱਚ ਜੇ, ਮਨ ਕਰਕੇ ਤੁਸੀਂ ਬਾਹਰ ਜੇ, ਕਿ ਜਿਹੜਾ ਮਨ ਕਰਕੇ ਬਾਹਰ ਹੈ ਉਹਦੇ ਨਾਲ ਮੈਂ ਨਵਾਜ਼ ਅਦਾ ਨਹੀਂ ਕਰਨੀ। ਪਾਤਸ਼ਾਹ ਨੇ ਉੱਥੇ ਉਹਨਾਂ ਦਾ ਪਾਜ ਵੀ ਉਘਾੜਿਆ। ਭਾਈ ਸਤਿਗੁਰੂ ਜੀ ਕਹਿੰਦੇ ਹੈ ਭਾਈ ਉਹ ਮਨੁੱਖ ਜਿਹਨੇ ਸਤਿਗੁਰੂ ਦੀ ਪੂਰੀ ਦੀਖਿਆ ਲੈ ਲਈ ਹੈ, ਜਿਹਨੇ ਸਮਝ ਲਿਆ ਕਿ ਇਸ ਧਰਤੀ ਦਾ ਰਚਨਹਾਰ ਮਾਲਕ ਉਹ ਆਪ ਹੀ ਹੈ, ਆਪ ਹੀ ਕਰਨ ਵਾਲਾ ਹੈ। ਭਾਈ ਇਸ ਧਰਤੀ ਦੇ ਉੱਤੇ ਹੈ ਉਹ ਇੱਕ ਹੀ, ਜਿਹਨੇ ਇਹ ਸਮਝ ਲਿਆ, ਫਿਰ ਉਹ ਮਨ ਤਨ ਨਾਮ ਜਪੋ ਲਿਵ ਲਾਏ। ਉਹ ਫਿਰ ਮਨ ਕਰਕੇ ਤੇ ਤਨ ਕਰਕੇ ਇੱਕ ਲਿਵ ਨਾਲ, ਆਪਣੀ ਲਿਵ ਦੇ ਨਾਲ ਇੱਕ ਰਸ ਜਿਹੜਾ ਵਾ ਪ੍ਰਭੂ ਦਾ ਨਾਮ ਜਪਦਾ ਹੈ। ਦੁੱਖ ਦਰਦ ਮਨ ਤੇ ਭਉ ਜਾਏ। ਭਾਈ ਫਿਰ ਇਸ ਸੰਸਾਰ ਦੇ ਉੱਤੇ ਉਹਦਾ ਦੁੱਖ ਦਰਦ ਖਤਮ ਹੋ ਜਾਂਦਾ ਹੈ। ਤੇ ਮਨ ਤੇ ਜਿਹੜਾ ਡਰ ਹੁੰਦਾ ਨਾ, ਅਸੀਂ ਬਚਪਨ ਵਿੱਚ ਛੋਟੇ ਛੋਟੇ ਹੁੰਦੇ ਸੀ, ਤੇ ਜਦੋਂ ਪਿੰਡੋਂ ਆਪਣੀ ਮੋਟਰ ਤੇ ਜਾਣਾ, ਤੇ ਹੁਣ ਪਿੰਡਾਂ ਦੇ ਵਿੱਚ ਕੀ ਹੁੰਦਾ ਕਿ ਜਿਹੜੀਆਂ ਮੜੀਆਂ ਨੇ, ਮਸਾਣਾਂ ਨੇ, ਜਿੱਥੇ ਸੰਸਕਾਰ ਹੁੰਦਾ ਨਾ, ਉਹ ਪਿੰਡੋਂ ਬਾਹਰ ਹੁੰਦੀਆਂ। ਉਹ ਸਾਡੇ ਜਿਹੜਾ ਵਾ ਉਹ ਮੋਟਰ ਤੇ ਜਾਣ ਲੱਗਿਆਂ, ਖੇਤਾਂ ਵਿੱਚ ਜਾਣ ਲੱਗਿਆਂ ਰਸਤੇ ਵਿੱਚ ਆਉਂਦੀਆਂ ਹੁੰਦੀਆਂ ਸਨ। ਤੇ ਅਸੀਂ ਨਿੱਕੇ ਨਿੱਕੇ ਹੁੰਦੇ ਸਨ ਤੇ ਸਾਨੂੰ ਡਰਾਇਆ ਜਾਂਦਾ ਹੁੰਦਾ ਸੀ, ਭਾਈ ਮੜੀਆਂ ਦੇ ਵਿੱਚ ਭੂਤ ਆ। ਅਸੀਂ ਫਿਰ ਉਸ ਭਰਮ ਦੇ ਵਿੱਚ ਦੌੜੇ ਜਾਣਾ ਡਰ ਕੇ। ਜਦੋਂ ਮੜੀਆਂ ਆਉਣੀਆਂ, ਫਿਰ ਉਹ ਮੜੀਆਂ ਵਾਲਾ ਜਿੰਨਾ ਕੁ ਪੈਂਡਾ ਹੋਣਾ ਨਾ, ਛੋਟੇ ਛੋਟੇ ਹੁੰਦੇ ਸਾਂ, ਤੇ ਉਦੋਂ ਫਿਰ ਦੌੜ ਕੇ ਅਸੀਂ ਉਹ ਮੜੀਆਂ ਨੂੰ ਪਾਰ ਕਰਨਾ ਕਿ ਕਿਤੇ ਭੂਤ ਸਾਨੂੰ ਚੰਬੜ ਨਾ ਜਾਏ। ਮਨ ਦੇ ਅੰਦਰ ਡਰ ਸੀ, ਰਾਤ ਨੂੰ ਉੱਧਰ ਜਾਣਾ ਨਾ। ਤੇ ਸਤਿਗੁਰੂ ਜੀ ਕਹਿੰਦੇ ਭਾਈ ਇਸ ਸੰਸਾਰ ਦੇ ਉੱਤੇ ਉਹਦਾ ਫਿਰ ਡਰ ਖਤਮ ਹੋ ਜਾਂਦਾ। ਭਉ ਜਿਹੜਾ ਹੁੰਦਾ ਨਾ, ਭਉ ਦਾ ਅਰਥ ਹੈ ਡਰ। ਸ਼ਬਦ ਆਉਂਦਾ ਇੱਕ ਭਾਉ, ਭਾਉ ਦਾ ਅਰਥ ਪ੍ਰੇਮ ਹੈ, ਭੈ ਤੇ ਭਉ ਦਾ ਅਰਥ ਡਰ ਹੈ। ਇਹ ਦੋ ਸ਼ਬਦ ਆਉਂਦੇ ਨੇ। ਭੈ, ਭੈ ਕਾਹੂ ਕੋ ਦੇ ਨਹਿ, ਨਹਿ ਭੈ ਮਾਨਤ ਆਣ। ਨਾ ਕਿਸੇ ਦਾ ਡਰ ਮੰਨਣਾ ਤੇ ਨਾ ਕਿਸੇ ਨੂੰ ਡਰਾਉਣਾ। ਇਹ ਸਤਿਗੁਰੂ ਦਾ ਸਿਧਾਂਤ ਹੈ। ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਭਾਈ ਉਹ ਮਨ ਕਰਕੇ ਫਿਰ ਡਰਦੇ ਵੀ ਨਹੀਂ, ਤੇ ਸੰਸਾਰ ਦੇ ਉੱਤੇ ਕਿਸੇ ਦਾ ਫਿਰ ਡਰ ਕਬੂਲਦੇ ਵੀ ਨਹੀਂ। ਦੁੱਖ ਦਰਦ ਮਨ ਤੇ ਭਉ ਜਾਏ। ਫਿਰ ਉਹ ਡਰਦੇ ਨਹੀਂ ਕਿ ਹੁਣ ਸੰਸਾਰ ਦੇ ਉੱਤੇ ਸਾਨੂੰ ਕੋਈ ਭੂਤਾਂ ਪ੍ਰੇਤਾਂ ਦਾ ਡਰ ਦੇ ਕੇ ਸਾਨੂੰ ਲੁੱਟ ਲਵੇਗਾ, ਤੇ ਨਾ ਹੀ ਉਹ ਡਰਦੇ ਨੇ ਕਿ ਕੋਈ ਸਾਨੂੰ ਆਖੇ ਕਿ ਤੇਰੀ ਮੌਤ, ਤੈਨੂੰ ਮੌਤ ਦੇ ਦੇਣੀ ਹੈ, ਤੂੰ ਸਾਡੀ ਈਨ ਮੰਨ। ਫਿਰ ਉਸ ਡਰ ਤੋਂ ਵੀ ਉਹ ਮੁਕਤ ਹੋ ਜਾਂਦੇ ਹਨ। ਸੱਚ ਵਪਾਰ ਕਰੋ ਵਪਾਰੀ। ਇਹ ਭਾਈ ਇਸ ਸੰਸਾਰ ਦੇ ਉੱਤੇ ਤੂੰ ਵਣਜਾਰਾ ਹੈ, ਤੂੰ ਵਪਾਰੀ ਇੱਕ, ਤੇ ਵਪਾਰ ਕਰਨ ਵਾਸਤੇ ਆਇਆ, ਵਣਜ ਵਿਹਾਂਜਣ ਵਾਸਤੇ ਆਇਆ। ਤੇ ਤੂੰ ਵਣਜ ਜਿਹੜੀ ਲੈਣੀ ਹੈ ਉਹ ਤੂੰ ਸੱਚ ਦੀ ਲੈ। ਸੱਚ ਵਪਾਰ ਕਰੋ ਵਪਾਰੀ। ਇਹ ਵਪਾਰੀ, ਇਹ ਵਣਜਾਰੇ, ਤੂੰ ਸੱਚ ਦਾ ਵਪਾਰ ਕਰ। ਦਰਗਹਿ ਨਿਭੈ ਖੇਪ ਤੁਮਾਰੀ। ਇਹ ਭਾਈ ਤੇਰਾ ਜਿਹੜਾ ਸੌਦਾ ਹੈ ਨਾ, ਦਰਗਹਿ ਨਿਭੈ ਖੇਪ ਤੁਮਾਰੀ। ਖੇਪ ਕਹਿੰਦੇ ਨੇ ਵਣਜ ਨੂੰ। ਇਹ ਭਾਈ ਇਸ ਸੰਸਾਰ ਦੇ ਉੱਤੇ ਜੋ ਨਾਮ ਰੂਪੀ ਵਣਜ ਹੈ ਨਾ, ਸੱਚੇ ਨਾਮ ਦੀ,
ਇਹ ਤੁਹਾਡਾ ਸੌਦਾ ਹੈ। ਇਹਦਾ ਮੁੱਲ ਫਿਰ ਦਰਗਾਹ ਵਿੱਚ ਪਵੇਗਾ। ਜਦੋਂ ਇਹ ਸੌਦਾ ਪ੍ਰਭੂ ਦੇ ਨਾਮ ਦਾ ਸੌਦਾ ਇਕੱਠਾ ਕਰੋਗੇ ਨਾ, ਫਿਰ ਉਹ ਦਰਗਾਹ ਦੇ ਵਿੱਚ ਵੀ ਉਹ ਫਿਰ ਪ੍ਰਵਾਨ ਹੋਵੇਗੀ। ਇਸ ਸੰਸਾਰ ਦੇ ਉੱਤੇ ਜਿੱਥੇ ਤੂੰ ਪ੍ਰਮਾਤਮਾ ਦਾ ਨਾਮ ਲੈ ਕੇ ਸੁਰਖਰੂ ਹੁੰਨਾ, ਫਿਰ ਇਸ ਧਰਤੀ ਦੀ ਜਗ੍ਹਾ ਦੇ ਉੱਤੇ ਉਸ ਪਰਲੋਕ ਵਿੱਚ ਵੀ ਜਦੋਂ ਦਰਗਾਹ ਵਿੱਚ ਤੇਰੀ ਪੇਸ਼ੀ ਹੋਣੀ ਹੈ ਨਾ, ਉੱਥੇ ਵੀ ਇਹ ਜਿਹੜੀ ਵਸਤ ਹੈ ਫਿਰ ਇਹ ਨਿਭੇਗੀ। ਏਕਾ ਟੇਕ ਰੱਖੋ ਮਨ ਮਾਹੇ। ਇਸ ਲਈ ਸਤਿਗੁਰੂ ਜੀ ਕਹਿੰਦੇ ਨੇ, ਇਹ ਭਾਈ ਕੇਵਲ ਮਨ ਦੇ ਅੰਦਰ ਇੱਕ ਦੀ ਟੇਕ ਰੱਖੋ, ਇੱਕ ਦਾ ਆਸਰਾ ਤੱਕੋ। ਆਪਣੇ ਚਿੱਤ ਦੇ ਅੰਦਰ ਏਕਾ ਟੇਕ ਰੱਖੋ ਮਨ ਮਾਹੇ, ਮਨ ਦੇ ਵਿੱਚ ਮਨ ਮਾਹੇ, ਮਨ ਦੇ ਅੰਦਰ ਕੇਵਲ ਇੱਕ ਦਾ ਆਸਰਾ ਹੀ ਰੱਖੋ, ਕਿਉਂਕਿ ਨਾਨਕ ਬਹੁਰ ਨ ਆਵਹਿ ਜਾਹੇ, ਦੂਜਾ ਹੈ ਹੀ ਨਹੀਂ। ਫਿਰ ਕਿਉਂ ਇਸ ਸੰਸਾਰ ਦੇ ਉੱਤੇ ਦੂਜੇ ਦੀ ਟੇਕ ਰੱਖਦਾ ਹੈ? ਜੇ ਦੂਜੇ ਦੀ ਟੇਕ ਨਹੀਂ ਰੱਖੇਗਾ, ਇੱਕ ਨੂੰ ਮਨ ਵਿੱਚ ਟਿਕਾਏਗਾ, ਤੇ ਫਿਰ ਜਿਹੜਾ ਤੇਰਾ ਬਹੁਰ ਨ ਆਵਹਿ, ਨਾਨਕ ਬਹੁਰ ਨ ਆਵਹਿ ਜਾਹੇ, ਫਿਰ ਤੇਰਾ ਮੁੜ ਕੇ ਆਉਣਾ, ਭਾਵ ਜੰਮਣ ਮਰਨ ਦਾ ਜਿਹੜਾ ਗੇੜਾ ਹੈ ਉਹ ਖਤਮ ਹੋ ਜਾਵੇਗਾ। ਇਹ ਸਤਿਗੁਰੂ ਜੀ ਨੇ ਛੇਵੇਂ ਬੰਦ ਦੇ ਅੰਦਰ ਜਿਹੜਾ ਵਾ ਸਾਨੂੰ ਸਮਝਾਇਆ। ਮੈਂ ਮਾਫੀ ਚਾਹੁੰਦਾ, ਵਿਚਾਰ ਕਰਦਿਆਂ ਜਦੋਂ ਵਿਚਾਰ ਅੱਗੇ ਚੱਲਦੀ ਹੈ ਤੇ ਮੈਨੂੰ ਸਕਰੀਨ ਦੇ ਅੱਗੇ ਜਿਹੜਾ ਵਾ ਉਹ ਸ਼ੋਅ ਕਰਨ ਦਾ ਖਿਆਲ ਭੁੱਲ ਜਾਂਦਾ ਹੈ। ਸੋ ਮੈਂ ਸਕਰੀਨ ਫਿਰ ਅੱਗੇ ਸ਼ੇਅਰ ਕਰ ਦਿੱਤੀ ਹੈ। ਸਤਿਗੁਰੂ ਜੀ ਨੇ ਇਹ ਜਿਹੜਾ ਵਾ 6ਵੇਂ ਪਦੇ ਤੱਕ ਸਾਨੂੰ ਇਹ ਸਮਝਾਇਆ ਕਿ ਭਾਈ ਉਹ ਪ੍ਰਮਾਤਮਾ ਜਿਹੜਾ ਹੈ ਸੱਚਾ ਹੈ, ਉਹਦਾ ਨਾਮ ਵੀ ਸੱਚਾ ਹੈ, ਉਹਦੇ ਨਾਮ ਦੀ ਵਣਜ ਕਰ, ਉਹਦੇ ਨਾਮ ਦਾ ਵਪਾਰੀ ਬਣ। ਇਹ ਜੇ ਵਪਾਰ ਕਰੇਗਾ, ਸੱਚ ਨਾਮ ਨੂੰ ਵਿਹਾਜੇਗਾ, ਤੇ ਇਸ ਧਰਤੀ ਤੇ ਵੀ ਤੇ ਉਸ ਦਰਗਾਹ ਵਿੱਚ ਵੀ ਇਹ ਤੇਰੇ ਕੰਮ ਆਵੇਗੀ। ਹੁਣ ਅੱਗੇ 7ਵਾਂ ਪਦਾ ਆ ਗਿਆ। ਸਤਿਗੁਰੂ ਜੀ ਆਖਦੇ ਨੇ, ਤਿਸ ਤੇ ਦੂਰ ਕਹਾ ਕੋ ਜਾਏ, ਉਬਰੈ ਰਾਖਣ ਹਾਰ ਧਿਆਏ। ਇਹ ਭਾਈ ਤੂੰ ਉਸ ਪਰਮਾਤਮਾ ਤੋਂ, ਜਿਸ ਪਰਮਾਤਮਾ ਨੇ ਇਸ ਧਰਤੀ ਦੇ ਉੱਤੇ ਸਾਰਿਆਂ ਨੂੰ ਪੈਦਾ ਕੀਤਾ, ਜੀ ਜੰਤ ਕੀ ਠਾਕੁਰਾ ਆਪੇ ਵਰਤਨਹਾਰ, ਨਾਨਕ ਏਕੋ ਪਸਰਿਆ ਦੂਜਾ ਕਹਿ ਦਸਤਾਰ। ਇਹ ਭਾਈ ਉਸ ਇੱਕ ਜਿਹਨੇ ਸਾਰਿਆਂ ਨੂੰ ਪੈਦਾ ਕੀਤਾ, ਉਹਦੇ ਤੋਂ ਦੂਰ ਕਿਉਂ ਜਾਂਦਾ ਹੈ, ਪਰੇ ਕਿਉਂ ਜਾਂਦਾ ਹੈ? ਤੇ ਨਾ ਹੀ ਭਾਈ ਤਿਸ ਤੇ ਦੂਰ ਕਹਾ ਕੋ ਜਾਏ, ਨਾ ਹੀ ਇਸ ਧਰਤੀ ਦੇ ਉੱਤੇ ਉਸ ਪ੍ਰਭੂ ਤੋਂ ਕੋਈ ਦੂਰ ਜਾ ਸਕਦਾ, ਕਿਉਂਕਿ ਉਹ ਸਾਡੇ ਹਿਰਦੇ ਵਿੱਚ ਹੈ। ਉਬਰੈ ਰਾਖਣ ਹਾਰ ਧਿਆਏ। ਇਹ ਭਾਈ ਜਿਹੜਾ ਉਸ ਰੱਖਣਹਾਰ, ਭਾਵ ਜਿਹੜਾ ਪ੍ਰਮਾਤਮਾ ਸਾਡੀ ਰੱਖਿਆ ਕਰਦਾ ਨਾ, ਰਾਖਣਹਾਰ, ਜਿਹੜਾ ਮਨੁੱਖ ਸਾਨੂੰ ਇਸ ਧਰਤੀ ਦੇ ਉੱਤੇ ਤਾਰ ਦਿੰਦਾ ਹੈ, ਭਾਈ ਉਹਦੇ ਬਚਨਾਂ ਦੁਆਰਾ, ਉਹਦੇ ਨਾਮ ਦੁਆਰਾ ਇਸ ਧਰਤੀ ਦੇ ਉੱਤੇ ਉਭਰੈ, ਭਾਵ ਬਚਦਾ ਹੈ। ਉਹਨੂੰ ਧਿਆ ਕੇ, ਉਹਦੇ ਨਾਮ ਦਾ ਸਿਮਰਨ ਕਰਕੇ, ਜਿਹੜਾ ਸਾਡਾ ਰੱਖਣਹਾਰ ਹੈ, ਫਿਰ ਉਹਦਾ ਨਾਮ ਧਿਆ ਕੇ ਭਾਈ ਇਸ ਸੰਸਾਰ ਦੇ ਉੱਤੇ ਉਹ ਬੰਦਾ ਬਚ ਜਾਂਦਾ ਹੈ। ਨਿਰਭਉ ਜਪੈ ਸਗਲ ਭਉ ਮਿਟੈ। ਵੇਖੋ ਹੁਣ ਅੱਗੇ ਸ਼ਬਦ ਆ ਗਿਆ। ਅਸੀਂ ਮੂਲ ਮੰਤਰ ਦੇ ਵਿੱਚ ਵੀ ਜਾਪ ਕਰਦੇ ਹਾਂ, ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ, ਭਉ ਤੋਂ ਰਹਿਤ। ਇਹ ਭਾਈ ਪ੍ਰਮਾਤਮਾ ਨੂੰ ਕਿਸੇ ਦਾ ਡਰ ਨਹੀਂ ਹੈ, ਕੋਈ ਕਿਸੇ ਪ੍ਰਕਾਰ ਦਾ ਡਰ ਕਿ ਕੋਈ ਆਖੇ ਭਾਈ ਇਸ ਸੰਸਾਰ ਦੇ ਉੱਤੇ ਪ੍ਰਮਾਤਮਾ ਨੂੰ ਕਿਸੇ ਦਾ ਡਰ, ਕਿਸੇ ਦਾ ਭਉ ਹੈ। ਗੁਰੂ ਸਾਹਿਬ ਕਹਿੰਦੇ ਕਿਸੇ ਦਾ ਡਰ ਨਹੀਂ। ਤੇ ਜਿਹੜਾ ਮਨੁੱਖ ਫਿਰ ਡਰ ਰਹਿਤ ਪ੍ਰਮਾਤਮਾ ਨੂੰ ਜਪਦਾ ਹੈ, ਨਿਰਭਉ ਜਪੈ, ਉਸ ਨਾ ਡਰਨ ਵਾਲੇ ਪ੍ਰਮਾਤਮਾ ਨੂੰ ਜਪਦਾ ਹੈ, ਫਿਰ ਸਗਲ ਭਉ ਮਿਟੇ। ਫਿਰ ਸੰਸਾਰ ਦੇ ਉੱਤੇ ਉਹਦੇ ਸਾਰੇ ਡਰ ਜਿਹੜੇ ਨੇ ਖਤਮ ਹੋ ਜਾਂਦੇ ਹਨ। ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਇਹ ਭਾਈ ਪ੍ਰਭੂ ਦੀ ਕਿਰਪਾ ਸਦਕਾ ਫਿਰ ਇਸ ਸੰਸਾਰ ਦੇ ਉੱਤੇ ਜਿਹੜਾ ਮਨੁੱਖ ਜਨਮ ਲੈ ਕੇ ਆਇਆ ਨਾ, ਜਿਹੜਾ ਜੀਵ, ਜਿਹੜਾ ਪ੍ਰਾਣੀ ਧਰਤੀ ਦੇ ਉੱਤੇ ਆਇਆ, ਉਹਦੀ ਫਿਰ ਬੰਦ ਖਲਾਸੀ ਹੋ ਜਾਂਦੀ ਹੈ। ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ। ਇਹ ਭਾਈ ਜਿਹਦੀ ਰੱਖਿਆ ਪ੍ਰਭੂ ਆਪ ਕਰਦਾ, ਫਿਰ ਉਹਨੂੰ ਕਦੇ ਦੁੱਖ ਨਹੀਂ ਪਾਉਂਦਾ। ਨਾਮ ਜਪਤ ਮਨ ਹੋਵਤ ਸੁਖ। ਇਹ ਭਾਈ ਨਾਮ ਜਪਦਿਆਂ ਪ੍ਰਮਾਤਮਾ ਦਾ ਫਿਰ ਮਨੁੱਖ ਸਦਾ ਸੁਖੀ ਹੁੰਦਾ ਹੈ। ਚਿੰਤਾ ਜਾਏ ਮਿਟੈ ਓੰਕਾਰ।
ਫਿਰ ਉਹਦੇ ਅੰਦਰ ਦੀ ਜਿਹੜੀ ਚਿੰਤਾ ਹੈ ਉਹ ਖਤਮ ਹੋ ਜਾਂਦੀ ਹੈ ਤੇ ਅਹੰਕਾਰ ਜਿਹੜਾ ਮਿਟ ਜਾਂਦਾ ਹੈ। ਜਿਸ ਜਨ ਕਉ ਕੋਈ ਨ ਪਹੁੰਚਣ ਹਾਰ। ਇਹ ਭਾਈ ਇਸ ਧਰਤੀ ਦੇ ਉੱਤੇ ਫਿਰ ਉਸ ਰੱਬ ਦੇ ਜਿਹੜਾ ਰੱਬ ਪ੍ਰਮਾਤਮਾ ਹੈ ਜਿਹਨੇ ਆਪਣੇ ਜੀਵ ਨੂੰ ਪੈਦਾ ਕੀਤਾ ਹੈ ਨਾ, ਫਿਰ ਉਹਦੀ ਕੋਈ ਬਰਾਬਰੀ ਨਹੀਂ ਕਰ ਸਕਦਾ। ਜਿਹੜਾ ਮਨੁੱਖ ਉਹਦੀ ਬੰਦਗੀ ਕਰ ਰਿਹਾ ਨਾ, ਜਿਹਨੇ ਆਪਣੇ ਅੰਦਰੋਂ ਡਰ ਖਤਮ ਕਰ ਰਿਹਾ, ਜਿਹਨੇ ਆਪਣੇ ਅੰਦਰੋਂ ਉਸ ਪ੍ਰਮਾਤਮਾ ਨੂੰ ਧਿਆ ਕੇ ਸਾਰੇ ਭੈ ਖਤਮ ਕਰ ਲਏ, ਇਹ ਭਾਈ ਫਿਰ ਇਸ ਸੰਸਾਰ ਦੇ ਉੱਤੇ ਉਹੋ ਜਿਹਾ ਮਨੁੱਖ ਉਹਦੀ ਬਰਾਬਰੀ ਭਾਵ ਉਸ ਮਨੁੱਖ ਵਰਗੀ ਕੋਈ ਬਰਾਬਰੀ ਨਹੀਂ ਕਰ ਸਕਦਾ, ਉਸ ਮਨੁੱਖ ਦੀ ਵੀ ਬਰਾਬਰੀ ਕੋਈ ਨਹੀਂ ਕਰ ਸਕਦਾ। ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਿਸ ਜਨ ਕਉ ਕੋਈ ਨਾ ਪਹੁੰਚਣਹਾਰ। ਤਿਸ ਜਨ ਕੋ, ਉਹਦੇ ਉਹ ਜਨ ਦੇ ਕੋਲੋਂ ਜਿਹਨੇ ਪ੍ਰਮਾਤਮਾ ਦਾ ਨਾਮ ਜਿਹੜਾ ਉੱਪਰਲਾ ਅਸੀਂ, ਜਿਨ੍ਹਾਂ ਦੇ ਅੰਦਰੋਂ ਅਹੰਕਾਰ ਮਿਟ ਗਿਆ, ਜਿਨ੍ਹਾਂ ਦੇ ਅੰਦਰ ਸੁੱਖ ਆ ਗਿਆ, ਜਿਨ੍ਹਾਂ ਦੇ ਅੰਦਰੋਂ ਦੁੱਖ ਚਲਾ ਗਿਆ, ਜਿਨ੍ਹਾਂ ਦੇ ਅੰਦਰੋਂ ਜਿਹੜਾ ਵਾ ਸਾਰਾ ਡਰ ਨਿਕਲ ਗਿਆ, ਜਿਨ੍ਹਾਂ ਨੇ ਕਿੰਨਾ ਦਾ ਡਰ ਨਿਕਲਿਆ, ਜਿਨ੍ਹਾਂ ਨੇ ਪ੍ਰਮਾਤਮਾ ਨੂੰ ਧਿਆਇਆ। ਇਹ ਭਾਈ ਇਸ ਸੰਸਾਰ ਦੇ ਉੱਤੇ ਉਸ ਮਨੁੱਖ ਦੇ ਬਰਾਬਰ ਹੋਰ ਕੋਈ ਨਹੀਂ ਜਾ ਸਕਦਾ। ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਸਿਰ ਉੱਪਰ ਠਾਡਾ ਗੁਰ ਸੂਰਾ। ਇਹ ਭਾਈ ਇਸ ਸੰਸਾਰ ਦੇ ਉੱਤੇ ਜਿਸ ਬੰਦੇ ਦੇ ਸਿਰ ਉੱਤੇ ਸਤਿਗੁਰੂ ਭਾਵ ਸੂਰਮਾ ਆਪ, ਸੂਰਾ ਦਾ ਅਰਥ ਹੈ ਸੂਰਮਾ, ਗੁਰੂ ਰੂਪ ਸੂਰਮਾ, ਜਿਹੜਾ ਗੁਰੂ ਸੂਰਮਾ ਸਭ ਤੋਂ ਤਾਕਤਵਰ ਹੈ ਨਾ, ਗੁਰੂ ਕਿਸੇ ਤੋਂ ਡਰਦਾ ਥੋੜਾ, ਗੁਰੂ ਤੇ ਸੰਪੂਰਨ ਹੈ, ਭੈ ਤੋਂ ਰਹਿਤ ਹੈ। ਤੇ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਜਿਸ ਦੇ ਸਿਰ ਉੱਤੇ ਸਤਿਗੁਰੂ ਰੂਪ ਸੂਰਮਾ ਖਲੋਤਾ ਹੋਇਆ ਹੈ, ਉਹ ਇਸ ਸੰਸਾਰ ਦੇ ਉੱਤੇ ਉਹਨੂੰ ਕਿਸੇ ਦਾ ਭੈ ਨਹੀਂ। ਤੇ ਨਾਨਕ ਤਾਕੇ ਕਾਰਜ ਪੂਰਾ, ਕਹਿੰਦੇ ਫਿਰ ਇਸ ਸੰਸਾਰ ਦੇ ਉੱਤੇ ਸਾਰੇ ਉਹਦੇ ਜਿਹੜੇ ਕਾਰਜ ਨੇ ਉਹ ਸੰਪੂਰਨ ਹੋ ਜਾਂਦੇ ਹਨ। ਇਹ 7ਵੇਂ ਪਦੇ ਦੇ ਅੰਦਰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਐਸਾ ਮਨੁੱਖ ਜਿਹਦੇ ਉੱਤੇ ਸਤਿਗੁਰੂ ਦੀ ਬਖਸ਼ਿਸ਼ ਹੋਏ, ਜਿਹਦੇ ਅੰਦਰੋਂ ਸਾਰੇ ਡਰ ਭਉ ਲੱਥ ਜਾਣ। ਪਰ ਇਹ ਲੱਥ ਦੇ ਤਦ ਨੇ ਜਦੋਂ ਉਹ ਉਹਦਾ ਨਾਮ ਜਪਦਾ ਹੈ, ਤੇ ਜਦੋਂ ਨਾਮ ਜਪਦਾ ਹੈ ਫਿਰ ਉਹਦੇ ਸਿਰ ਉੱਤੇ ਗੁਰੂ ਰੂਪ ਸੂਰਮਾ ਜਿਹੜਾ ਆਣ ਕੇ ਬੈਠ ਜਾਂਦਾ ਹੈ ਤੇ ਉਹਦੇ ਸਾਰੇ ਕਾਰਜ ਜਿਹੜੇ ਨੇ ਉਹ ਪੂਰੇ ਕਰ ਦਿੰਦਾ ਹੈ। ਹੁਣ 8ਵੇਂ ਪਦੇ ਅੰਦਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ। ਇਹ ਭਾਈ ਇਸ ਸੰਸਾਰ ਦੇ ਉੱਤੇ ਗੁਰੂ ਅਰਜਨ ਪਾਤਸ਼ਾਹ ਜੀ ਨੇ ਇੱਥੇ ਗੁਰੂ ਦੀ ਉਪਮਾ ਕੀਤੀ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਮਤ ਪੂਰੀ, ਜਿਨ੍ਹਾਂ ਦੀ ਸਮਝ ਪੂਰਨ ਹੈ, ਭਾਵ ਇਸ ਸੰਸਾਰ ਦੇ ਉੱਤੇ ਜਿਸ ਪ੍ਰਭੂ ਦੀ ਸਮਝ ਪੂਰਨ ਹੈ, ਜਿਸ ਦੀ ਨਜ਼ਰ ਵਿੱਚੋਂ ਅੰਮ੍ਰਿਤ ਵਰਸਦਾ ਹੈ। ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ, ਭਾਵ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਵਰਗੇ ਸ੍ਰਿਸ਼ਟ ਗੁਰੂ, 10 ਗੁਰੂ ਸਾਹਿਬਾਨ, 10 ਜੋਤ ਰੂਪ ਗੁਰੂ ਜਿਹੜੇ ਨੇ, ਉਹਨਾਂ ਦੀ ਮਤ ਵੀ ਪੂਰੀ ਹੈ ਤੇ ਉਹਨਾਂ ਦੀ ਜਿਹੜੀ ਦ੍ਰਿਸ਼ਟੀ ਹੈ ਉਹ ਵੀ ਪੂਰਨ ਹੈ, ਅੰਮ੍ਰਿਤ ਰੂਪੀ ਦ੍ਰਿਸ਼ਟ ਹੈ। ਦਰਸ਼ਨ ਪੇਖਤ ਕੁਦਰਤ ਸ੍ਰਿਸ਼ਟ। ਇਹ ਭਾਈ ਫਿਰ ਐਸੇ ਗੁਰੂ ਦੇ ਦਰਸ਼ਨ ਕਰਕੇ, ਕਿਉਂਕਿ ਹੁਣ ਸਾਡੇ ਕੋਲ ਪ੍ਰਗਟ ਗੁਰਾਂ ਕੀ ਦੇ, ਜਿਹੜਾ ਸਾਡਾ ਸ਼ਬਦ ਗੁਰੂ ਹੈ ਨਾ, ਹੁਣ ਇਹ ਪ੍ਰਗਟ ਗੁਰਾਂ ਕੀ ਦੇ ਹੈ। ਭਾਈ ਇਹ ਗੁਰੂ ਦੇ ਹੁਣ ਦਰਸ਼ਨ ਕੀਤਿਆਂ, ਦਰਸ਼ਨ ਪੇਖਤ ਉਦਰਤ ਸ੍ਰਿਸ਼ਟ, ਫਿਰ ਗੁਰੂ ਦੇ ਐਸੇ ਗੁਰੂ ਦੀ ਦੀਦਾਰ ਦੇਖ ਕੇ ਸਾਰੀ ਸ੍ਰਿਸ਼ਟੀ ਦੇ ਵਿੱਚੋਂ ਧਰਤੀ ਤੇ ਆਏ ਮਨੁੱਖ ਦਾ ਜਿਹੜਾ ਉਹਦਾ ਨਾਮ ਸਿਮਰਨ ਕਰਦਾ, ਉਹਦਾ ਪਾਰ ਉਤਾਰਾ ਹੋ ਜਾਂਦਾ ਹੈ, ਉਹਦਾ ਉਧਾਰ ਹੋ ਜਾਂਦਾ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਚਰਨ ਕਮਲ ਜਾ ਕੇ ਅਨੂਪ। हे ਭਾਈ ਉਹ ਪ੍ਰਮਾਤਮਾ ਇਹ ਹੁਣ ਗੁਰੂ ਦੀ ਉਸਤਤ ਹੈ ਇਸ ਧਰਤੀ ਦੇ ਉੱਤੇ, ਜਿਸ ਪ੍ਰਭੂ ਦੇ, ਜਿਸ ਗੁਰੂ ਦੇ ਕਮਲ ਚਰਨ ਜਿਹੜੇ ਨੇ ਉਹ ਕਮਲਾਂ ਵਰਗੇ, ਕਮਲ ਦਾ ਫੁੱਲ ਹੈ ਨਾ ਉਹਦੇ ਵਰਗੇ ਸੋਹਣੇ ਹੋਣ। ਚਰਨ ਕਮਲ ਜਾ ਕੇ ਅਨੂਪ। ਭਾਈ ਇਸ ਧਰਤੀ ਦੇ ਉੱਤੇ ਉਹ ਸਤਿਗੁਰੂ ਦੇ, ਉਸ ਪ੍ਰਮਾਤਮਾ ਦੇ ਜਿਹੜੇ ਚਰਨ ਨੇ ਉਹ ਕਮਲ ਦੇ ਫੁੱਲ ਵਰਗੇ ਸੁੰਦਰ ਹਨ। ਸਫਲ ਦਰਸ਼ਨ ਸੁੰਦਰ ਹਰ ਰੂਪ। ਹੁਣ ਇਸ ਧਰਤੀ ਦੇ ਉੱਤੇ ਸਫਲ ਦਰਸ਼ਨ,
ਭਾਵ ਮੁਰਾਦਾਂ ਪੂਰੀਆਂ ਕਰਨ ਵਾਲਾ ਦਰਸ਼ਨ। ਉਹਦਾ ਜਿਹੜਾ ਦਰਸ਼ਨ ਹੈ ਬਹੁਤ ਸੁੰਦਰ ਹੈ, ਅਦਭੁਤ ਹੈ, ਮੁਰਾਦਾਂ ਪੂਰੀਆਂ ਕਰਨ ਵਾਲਾ ਹੈ। ਸੋ ਇਸ ਧਰਤੀ ਦੇ ਉੱਤੇ ਹੈ ਭਾਈ ਉਸ ਹਰੀ ਦਾ ਸਰੂਪ ਜਿਹੜਾ ਹੈ ਉਹ ਕਮਲ ਦੇ ਫੁੱਲ ਵਰਗਾ ਸੁੰਦਰ ਹੈ। ਉਹਦੇ ਦਰਸ਼ਨ ਜਿਹੜੇ ਨੇ ਅਦਭੁਤ ਨੇ, ਮੁਰਾਦਾਂ ਪੂਰੀਆਂ ਕਰਨ ਵਾਲੇ ਹਨ। ਧਨ ਸੇਵਾ ਸੇਵਕ ਪਰਵਾਨ। ਇਹ ਭਾਈ ਜਿਹੜਾ ਉਸ ਦਾ ਸੇਵਕ ਹੈ ਨਾ ਉਹ ਦਰਗਾਹ ਵਿੱਚ ਕਬੂਲ ਹੋ ਜਾਂਦਾ ਹੈ, ਕਿਉਂਕਿ ਉਸ ਦੀ ਸੇਵਾ ਫਿਰ ਮੁਬਾਰਕ ਹੋ ਜਾਂਦੀ ਹੈ, ਪ੍ਰਵਾਨ ਹੋ ਜਾਂਦੀ ਹੈ, ਕਬੂਲ ਹੋ ਜਾਂਦੀ ਹੈ, ਕਿਉਂਕਿ ਉਹਦੇ ਚਾਕਰ ਨੇ ਚਾਕਰੀ ਕੀਤੀ ਹੈ। ਅੰਤਰਜਾਮੀ ਪੁਰਖ ਪ੍ਰਧਾਨ। ਗੁਰੂ ਜੀ ਸਾਰੇ ਆਪਣੇ ਸੇਵਕਾਂ ਦੀਆਂ ਦਿਲਾਂ ਦੀਆਂ ਜਾਣਦੇ ਹਨ, ਘਟ ਘਟ ਕੇ ਅੰਤਰ ਕੀ ਜਾਣ, ਭਲੇ ਬੁਰੇ ਕੀ ਪੀਰ ਪਛਾਣ। ਭਈ ਉਹ ਹਰ ਇੱਕ ਦੇ ਮਨ ਦੀ ਜਿਹੜੀ ਕਾਮਨਾ ਹੈ ਉਹ ਜਾਣਦਾ ਹੈ। ਕਿ ਸਤਿਗੁਰੂ ਜੀ ਕਹਿੰਦੇ ਨੇ ਜਿਸ ਮਨ ਬਸੈ ਹੋਤ ਨਿਹਾਲ। ਭਈ ਜਿਸ ਦੇ ਚਿੱਤ ਅੰਦਰ ਗੁਰੂ ਜੀ ਨਿਵਾਸ ਰੱਖਦੇ ਹਨ ਉਹ ਫਿਰ ਇਸ ਧਰਤੀ ਦੇ ਉੱਤੇ ਪ੍ਰਸੰਨ ਹੋ ਜਾਂਦੇ ਹਨ। ਤਾਂ ਕੈ ਨਿਕਟ ਨ ਆਵਤ ਕਾਲ। ਭਈ ਉਹਦੇ ਕੋਲ ਫਿਰ ਕਾਲ ਜਿਹੜਾ ਹੈ ਨਾ, ਭਾਵ ਮੌਤ, ਇੱਥੇ ਕਾਲ ਸ਼ਬਦ ਜਿਹੜਾ ਮੌਤ ਦੇ ਰੂਪ ਵਿੱਚ ਆਇਆ। ਤਾਂ ਕੈ ਨਿਕਟ ਨ ਆਵਤ ਕਾਲ, ਉਹਦੇ ਫਿਰ ਨੇੜੇ ਮੌਤ ਵੀ ਨਹੀਂ ਆਉਂਦੀ। ਸਰੀਰ ਬਿਨਸਣਹਾਰ ਹੈ, ਸਰੀਰ ਨੇ ਇੱਕ ਦਿਨ ਜਿਹੜਾ ਉਹ ਜਾਣਾ ਤਾਂ ਹੈ ਹੀ, ਪਰ ਸਤਿਗੁਰੂ ਜੀ ਕਹਿੰਦੇ ਉਹਨੂੰ ਫਿਰ ਉਹ ਮੌਤ ਦਾ ਜਿਹੜਾ ਡਰ ਹੈ ਨਾ ਉਹਦੇ ਕੋਲ ਮੁੱਕ ਜਾਂਦਾ ਹੈ। ਉਹਨੂੰ ਪਤਾ ਹੈ ਕਿ ਪ੍ਰਮਾਤਮਾ ਦੇ ਹੁਕਮ ਨਾਲ ਆਏ ਸੀ ਤੇ ਪ੍ਰਮਾਤਮਾ ਦੇ ਹੁਕਮ ਨਾਲ ਹੀ ਚਲੇ ਜਾਣਾ, ਇਸ ਲਈ ਫਿਰ ਉਹਨੂੰ ਮੌਤ ਦਾ ਡਰ ਜਿਹੜਾ ਪਾਉਂਦਾ ਨਹੀਂ ਹੈ। ਅਮਰ ਭਏ ਅਮਰਾ ਪਦ ਪਾਇਆ। ਫਿਰ ਉਹ ਅਮਰ ਹੋ ਜਾਂਦੇ ਹਨ ਤੇ ਉਹਨਾਂ ਨੂੰ ਜਿਹੜਾ ਅਮਰਾ ਪਦ ਪਾਇਆ, ਭਾਵ ਸਦਾ ਕਾਇਮ ਰਹਿਣ ਵਾਲਾ ਦਰਜਾ। ਸੰਸਾਰ ਦੇ ਉੱਤੇ ਐਸੇ ਮਨੁੱਖ ਵੀ ਹੋਏ ਨੇ ਜਿਨ੍ਹਾਂ ਨੂੰ ਅੱਜ ਵੀ ਅਸੀਂ ਯਾਦ ਕਰਦੇ ਹਾਂ, ਜਿਹੜੇ ਅਮਰ ਹੋ ਗਏ ਧਰਤੀ ਦੇ ਉੱਤੇ ਗੁਰੂ ਦਾ ਨਾਮ ਸਿਮਰਨ ਕਰਦਿਆਂ ਉਹਦੀ ਬੰਦਗੀ ਕਰਦਿਆਂ। ਤੇ ਸਤਿਗੁਰੂ ਜੀ ਕਹਿੰਦੇ ਨੇ ਐਸੇ ਮਨੁੱਖ ਫਿਰ ਇਸ ਧਰਤੀ ਦੇ ਉੱਤੇ ਅਮਰ ਹੋ ਜਾਂਦੇ ਹਨ ਜਿਨ੍ਹਾਂ ਨੇ ਪ੍ਰਮਾਤਮਾ ਦਾ ਉਹ ਅਮਰਾ ਪਦ ਜਿਹੜਾ ਵਾ ਸਦਾ ਕਾਇਮ ਰਹਿਣ ਵਾਲਾ ਦਰਜਾ ਪ੍ਰਾਪਤ ਕਰ ਲਿਆ ਹੈ। ਸਾਧ ਸੰਗ ਨਾਨਕ ਹਰਿ ਧਿਆਇਆ। ਇਹ ਭਾਈ ਇਹ ਸਾਰਾ ਕੁਝ ਤਾਂ ਮਿਲਦਾ ਹੈ ਜੇ ਸਤ ਸੰਗਤ ਵਿੱਚ ਜੁੜ ਬੈਠੀਏ। ਤੇ ਸਾਧ ਸੰਗ ਨਾਨਕ ਹਰਿ ਧਿਆਇਆ। ਇਹ ਭਾਈ ਸਤ ਸੰਗਤ ਵਿੱਚ ਹਰ ਧਿਆਇਆ, ਹਰ ਧਿਆਉਣ ਦੇ ਨਾਲ ਪ੍ਰਮਾਤਮਾ ਦੇ ਨਾਮ ਨੂੰ ਸਿਮਰਨ ਦੇ ਨਾਲ ਹੀ ਸਭ ਕੁਝ ਪ੍ਰਾਪਤ ਹੁੰਦਾ ਹੈ। ਇਸ ਲਈ ਸਾਧ ਸੰਗ ਨਾਨਕ ਹਰਿ ਧਿਆਇਆ। ਸਾਧ ਸੰਗਤ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਹੇ ਭਾਈ ਸੰਤ ਜਨੋ ਸਾਰੇ ਮਿਲ ਕਰ ਇਕੱਠੇ ਹੋ ਕੇ ਸਤ ਸੰਗਤ ਰੂਪ ਵਿੱਚ ਉਸ ਪ੍ਰਮਾਤਮਾ ਦਾ ਸਿਮਰਨ ਕਰੋ। ਸੋ ਸਤਿਗੁਰੂ ਜੀ ਨੇ 22ਵੀਂ ਪੌੜੀ ਦੇ ਅੰਦਰ ਜੋ ਅਗਲੇ 4 ਬੰਦ ਸਨ ਉਹਦੀ ਵਿਚਾਰ ਕੀਤੀ ਹੈ। ਗੁਰੂ ਨੇ ਫਰਮਾਇਆ ਹੈ ਕਿ ਭਾਈ ਇਸ ਧਰਤੀ ਦੇ ਉੱਤੇ ਉਸ ਪ੍ਰਮਾਤਮਾ ਦੇ ਉੱਪਰ ਹੋਰ ਕੋਈ ਨਹੀਂ, ਸਭ ਤੋਂ ਸ੍ਰੇਸ਼ਟ ਉਹੀ ਹੈ। ਸਾਰਿਆਂ ਨੂੰ ਪੈਦਾ ਕਰਨ ਵਾਲਾ ਵੀ, ਉਹਨਾਂ ਦੇ ਵਿੱਚ ਵਰਤਣ ਵਾਲਾ ਵੀ, ਉਹ ਪ੍ਰਮਾਤਮਾ ਇੱਕ ਹੀ ਹੈ। ਉਹਦਾ ਸਿਮਰਨ ਕਰੋ। ਸਿਮਰਨ ਕੀਤਿਆਂ ਇਸ ਧਰਤੀ ਦੇ ਉੱਤੇ ਤੁਹਾਡਾ ਪਾਰ ਉਤਾਰਾ ਹੋ ਜਾਵੇਗਾ। ਸੋ ਅੱਜ ਦੀ ਇਹ ਵਿਚਾਰ ਸੀ। ਗੁਰੂ ਸਾਹਿਬ ਰਹਿਮਤ ਕਾਰਨ ਸਾਨੂੰ ਸਮਝ ਆ ਗਈ ਹੋਵੇ। ਅਸੀਂ ਹੈ ਅਲਪ ਬੁੱਧੀ ਜੀਵ ਹਾਂ, ਪਰ ਗੁਰੂ ਸਾਹਿਬ ਨੇ ਰਹਿਮਤ ਕੀਤੀ ਹੈ, ਕੁਝ ਕੁ ਉਪਰਾਲਾ ਸਾਨੂੰ ਬਖਸ਼ਿਸ਼ ਕੀਤਾ ਹੈ ਤੇ ਅਸੀਂ ਜਿਹੜੀ ਵਿਚਾਰ ਕਰ ਪਾਏ ਹਾਂ। ਹੁਣ ਆਪ ਸਭ ਸੰਗਤਾਂ ਦੇ ਜਿਹੜੇ ਮਾਈਕ ਨੇ ਉਹ ਅਨਮਿਊਟ ਕਰ ਦਿੱਤੇ ਗਏ ਨੇ। ਜੇ ਕਿਸੇ ਦਾ ਅੱਜ ਦੀ ਕਲਾਸ ਬਾਬਤ ਕੋਈ ਸਵਾਲ ਹੋਵੇ ਉਹ ਜ਼ਰੂਰ ਪੁੱਛ ਸਕਦਾ ਹੈ ਜੀ। ਦਾਸ ਸਾਹਿਬ ਜੀ ਦੇ ਸਵਾਲ ਦੀ ਵੇਟ ਕਰ ਰਿਹਾ ਹੈ ਜੀ। ਹਾਂਜੀ, ਵਾਹਿਗੁਰੂ ਜੀ। ਵਾਹਿਗੁਰੂ ਜੀ। ਠੀਕ ਹੈ ਜੀ। ਸੋ ਫਿਰ ਅਖੀਰ ਵਿੱਚ ਬੇਨਤੀ ਹੈ ਕਿ ਜੇ ਕੋਈ ਜ਼ੂਮ ਐਪ 'ਤੇ ਨਹੀਂ ਵੀ ਜੁੜ ਸਕਦਾ, ਉਹ ਗੁਰਦੁਆਰਾ ਸਾਹਿਬ ਦਾ ਆਪਣਾ ਪੇਜ ਬਣਾਇਆ ਗਿਆ ਹੈ। ਵੈਸੇ ਫੇਸਬੁੱਕ ਉੱਤੇ 5 ਗੁਰਦੁਆਰਾ ਸਾਹਿਬ ਦੇ ਪੇਜ ਖੁੱਲ੍ਹ ਜਾਂਦੇ ਨੇ, ਪਰ ਫਿਰ ਵੀ ਤੁਸੀਂ ਜਿਹੜਾ ਵਾ ਗੂਗਲ ਮੈਪ 'ਤੇ ਜਾ ਕੇ ਜਾਂ ਆਪਣੇ ਗਰੁੱਪਾਂ ਵਿੱਚ ਦਾਸ ਨੇ ਜਿਹੜਾ ਵਾ ਉਹ ਲਿੰਕ ਸ਼ੇਅਰ ਕੀਤਾ ਹੈ, ਉਹ ਤੁਸੀਂ ਲਿੰਕ ਨੂੰ ਓਪਨ ਕਰਕੇ ਉਸ ਕਲਾਸ ਦੇ ਵਿੱਚ ਜਿਹੜਾ ਵਾ ਡਾਇਰੈਕਟ ਜੁੜ ਸਕਦੇ ਜੇ। ਜਾਂ ਜੋ ਵੀ ਅਸੀਂ ਗੁਰਮਤਿ ਵਿਚਾਰਾਂ, ਗੁਰੂ ਦੀਆਂ ਕਥਾ ਕਹਾਣੀਆਂ ਅੰਮ੍ਰਿਤ ਵੇਲੇ ਜੋ ਨਾਨਕ ਨਗਰ ਤੇ ਗੁਰਦੁਆਰਾ ਛਾਣੀ ਵਿਖੇ ਦੋਨਾਂ ਜਗ੍ਹਾ ਦੇ ਉੱਤੇ ਜਿਹੜਾ ਵਾ ਉਹ ਕਥਾ ਵਿਚਾਰਾਂ ਹੋ ਰਹੀਆਂ ਨੇ, ਉਹ ਸੰਗਤਾਂ ਜਿਹੜੀਆਂ ਆ ਸਕਦੀਆਂ ਨੇ ਉਹ ਹਾਜ਼ਰੀ ਭਰ ਸਕਦੀਆਂ ਨੇ, ਜਾਂ ਫਿਰ ਇਸ ਫੇਸਬੁੱਕ ਪੇਜ ਦੇ ਉੱਤੇ ਲਾਈਵ ਕਥਾ ਸਰਵਣ ਕਰ ਸਕਦੀਆਂ ਹਨ। ਸੋ ਇਹਦੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ। ਭੁੱਲਾਂ ਦੀ ਖਿਮਾ। ਆਓ ਅਖੀਰ ਗੁਰਫਤਿਹ ਦੇ ਨਾਲ ਸਾਂਝ ਬਣਾ ਕੇ ਅੰਤ ਸਮਾਪਤੀ ਕਰੀਏ ਜੀ। ਗੁਰੂ ਰਹਿਮਤ ਕਰੇ, ਸਾਨੂੰ ਸਾਰਿਆਂ ਨੂੰ ਸਮੱਤ ਬਖਸ਼ੇ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਤੇ